ਆਦਿ ਨਿਰੰਜਨ ਹੈ ਗੁਰੂ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰਲੋਕ ਸੁਣਿਓ, ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰ ਉਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਗ ਆਇਓ। ਆਦਿ ਕਰਮ ਗੁਰਦੇਵ ਕੋ ਬੰਦਨ, ਵਾਹਿਗੁਰੂ ਮੁਖ ਮਾਹੇ ਉਚਾਰੀ। ਦੋਏ ਕਰ ਜੋਰ ਕਰੋ ਚਰਣਾ ਪਰ, ਜਾਉ ਸਦਾ ਗੁਰ ਕੋ ਬਲਿਹਾਰੀ। ਕਾਨ ਸੁਨੈ ਉਪਮਾ ਗੁਰ ਕੀ, ਗੁਰਮੂਰਤਿ ਧਿਆਨ ਹਿਰਦੈ ਮਹਿ ਧਾਰੀ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਸੇਵਕ ਸਰਣ ਗਹੀ ਦਰਬਾਰੀ। ਡੰਡੋਤ ਬੰਦਨ ਅਨਕ ਵਾਰ, ਸਰਵ ਕਲਾ ਸਮਰੱਥ। ਡੋਲਨ ਤੇ ਰਾਖਹੁ ਪ੍ਰਭੂ, ਨਾਨਕ ਦੇ ਕਰ ਹੱਥ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਨਾਸ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਸ਼ੰਤ ਮਹੱਲਾ ਪੰਜਵਾ, ਘਰ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੁਣ ਬਾਵਰੇ ਤੂੰ ਕਾਏ ਦੇਖ ਫੁਲਾਨਾ, ਸੁਣ ਬਾਵਰੇ ਨਿਹੋ ਕੂੜਾ ਲਾਇਓ ਸੰਭ ਰੰਗਾਨਾ। ਕੂੜੀ ਦੇਖ ਭੁੱਲੋ ਅੱਡ ਲਹੇ ਨਾ ਮੁੱਲੋ, ਗੋਬਿੰਦ ਨਾਮ ਮਜੀਠਾ। ਥੀਵਹਿ ਲਾਲਾ ਅਤ ਗੁਲਾਲਾ, ਸ਼ਬਦ ਚੀਨ ਗੁਰ ਮੀਠਾ। ਮਿਥਿਆ ਮੋਹੇ ਮਗਨ ਥੀ ਰਹਿਆ, ਝੂਠ ਸੰਗ ਲਪਟਾਨਾ। ਨਾਨਕ ਦੀਨ ਸਰਣ ਕਿਰਪਾ ਨਿਤ, ਰਾਖ ਲਾਜ ਭਗਤਾਨਾ। ਸੁਣ ਬਾਵਰੇ ਤੂੰ ਕਾਏ ਦੇਖ ਭੁਲਾਨਾ, ਸੁਣ ਬਾਵਰੇ ਨਿਹੋ ਕੂੜਾ ਲਾਇਓ ਕੁਸੰਭ ਰੰਗਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਪਵਿੱਤਰ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਸਾਧ ਸੰਗਤ ਜੀਓ, ਆਪ ਸਾਰੇ ਵੱਡਿਆਂ ਭਾਗਾਂ ਵਾਲੇ ਹੋ, ਜੋ ਗੁਰੂ ਮਹਾਰਾਜ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਦੀ ਹਾਜ਼ਰੀ ਭਰਦੇ ਹੋਏ ਬੜੇ ਪਿਆਰ ਆਦਰ ਸਤਿਕਾਰ ਦੇ ਨਾਲ ਅੰਮ੍ਰਿਤ ਵੇਲੇ ਗੁਰੂ ਮਹਾਰਾਜ ਦੇ ਪਾਵਨ ਦਰਬਾਰ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਆ ਕਰਕੇ ਸਤਿਗੁਰੂ ਜੀ ਦੇ ਪਾਵਨ ਚਰਨਾਂ ਵਿੱਚ ਹਾਜ਼ਰੀ ਭਰਦੇ ਹੋ। ਅਸਥਾਨ ਦੀ ਮਰਜ਼ਾਦਾ ਦੇ ਅਨੁਸਾਰ ਅੰਮ੍ਰਿਤ ਵੇਲੇ ਗੁਰੂ ਮਹਾਰਾਜ ਦੇ ਸੋਹਣੇ ਪ੍ਰਕਾਸ਼, ਪੰਜ ਬਾਣੀਆਂ ਦਾ ਨਿਤਨੇਮ, ਸ਼੍ਰੀ ਆਸਾ ਜੀ ਦੀ ਵਾਰ ਦਾ ਕੀਰਤਨ, ਹਰ ਜਸ, ਅੰਮ੍ਰਿਤ ਰੂਪ ਪਾਵਨ ਗੁਰਬਾਣੀ ਦੀ ਲੜੀਵਾਰ ਕਥਾ ਸਰਵਣ ਕਰਨ ਵਾਸਤੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰੀ ਭਰਦੇ ਹੋ। ਸ਼ੰਤਾਂ ਦੀ ਬਾਣੀ ਚੱਲ ਰਹੀ ਹੈ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਪਵਿੱਤਰ ਸ਼ਬਦ ਹਨ।
ਉਹਨਾਂ ਦੀ ਪਾਵਨ ਰਸਨਾ ਦੇ ਉਪਦੇਸ਼ ਸਰਵਣ ਕਰਨੇ ਹਨ। ਸਦੀਆਂ ਬੀਤ ਜਾਂਦੀਆਂ ਹਨ, ਸਰੀਰ ਚਲੇ ਜਾਂਦੇ ਹਨ, ਸ਼ਬਦ ਰਹਿੰਦਾ ਹੈ, ਕਿਉਂਕਿ ਸ਼ਬਦ ਦੀ ਹਿਆਤੀ ਬੜੀ ਲੰਬੀ ਹੈ। ਸ਼ਬਦ ਸਾਚਾ ਪਿੰਡ ਕਾਚਾ, ਸਰੀਰ ਕੱਚਾ ਹੈ, ਸ਼ਬਦ ਸੱਚਾ ਹੈ। ਸ਼ਬਦ ਦੀ ਬਰਕਤ ਬੜੀ ਮਹਾਨ ਹੈ ਕਿ ਜੋ ਕੁਝ ਵੀ ਹੈ ਉਹਦੇ ਸ਼ਬਦ ਤੋਂ ਹੀ ਪੈਦਾ ਹੋਇਆ ਹੈ। ਸ਼ਬਦ ਦੀ ਬਰਕਤ ਬੜੀ ਮਹਾਨ ਹੈ। ਓਂਕਾਰ ਬ੍ਰਹਮਾ ਉਤਪਤ, ਓਂਕਾਰ ਕੀਆ ਜਿਨ ਚਿਤ, ਓਂਕਾਰ ਸੈਲ ਜੁਗ ਭਏ, ਓਂਕਾਰ ਵੇਦ ਨਿਰਮੈ। ਇਹ ਸਾਰੀ ਚੀਜ਼ ਸ਼ਬਦ ਦੁਆਰਾ ਹੀ ਪੈਦਾ ਹੋਈ ਹੈ। ਉਹਦਾ ਹੁਕਮ ਕਹਿ ਲਓ, ਸ਼ਬਦ ਕਹਿ ਲਓ। ਇਹ ਬਾਣੀ ਜਿਹੜੀ ਸਾਰੀ ਸ਼ਬਦ ਸਰੂਪ ਹੈ। ਤੇ ਗੁਰੂ ਮਹਾਰਾਜ ਨੇ ਸ਼ਬਦ ਨੂੰ ਬੜੀ ਮਹਾਨਤਾ ਦਿੱਤੀ ਹੈ। ਸ਼ਬਦ ਗੁਰ ਪੀਰਾ ਗੈਰ ਗੰਭੀਰਾ, ਬਿਨ ਸ਼ਬਦ ਜਗ ਬੋਰਾ। ਜਿਹੜਾ ਸ਼ਬਦ ਨਾਲੋਂ ਟੁੱਟ ਗਿਆ ਉਹ ਬੋਰਿਆਂ ਦੀ ਨਹੀਂ ਆਈਆਂ, ਝੱਲਿਆਂ ਦੀ ਨਹੀਂ ਆਈ। ਤੇ ਜਿਨ ਗੁਰੂ ਦੇ ਸ਼ਬਦ ਦੁਆਰਾ ਜੀਵਨ ਸਵਾਰ ਲਿਆ, ਫਿਰ ਮਹਾਰਾਜ ਕਹਿੰਦੇ ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁਖ ਹੋਏ। ਜੇ ਤੂੰ ਮੇਰਾ ਹੋਏ ਰਹੇ, ਸਭ ਜਗ ਤੇਰਾ ਹੋਏ। ਆਓ ਪਿਆਰ ਦੇ ਨਾਲ ਅੰਮ੍ਰਿਤ ਰੂਪੀ ਪਾਵਨ ਬਾਣੀ ਦੇ ਉਪਦੇਸ਼ ਸੁਣੀਏ। ਮਨ ਬਾਣੀ ਦੀ ਇਕਾਗਰਤਾ ਵਾਸਤੇ, ਰਸਨਾ ਦੀ ਪਵਿੱਤਰਤਾ ਲਈ ਗੱਜ ਵੱਜ ਕੇ ਬੋਲੋ ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਰਾਗ ਸੂਹੀ ਸ਼ੰਤ ਮਹੱਲਾ ਪੰਜਵਾ, ਘਰ ਪਹਿਲਾ। ਰਾਗ ਸੂਹੀ ਹੈ ਸ਼ੰਤਾਂ ਦੀ ਬਾਣੀ। ਸ਼ੰਤ ਨਾਮ ਜਸ ਦਾ ਵੀ ਹੈ। ਪੰਜਵੇਂ ਸਤਿਗੁਰੂ ਜੀ ਪਹਿਲੇ ਘਰ ਵਿੱਚ ਕਿਰਪਾਲਤਾ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਮੰਗਲਾਚਰਨ ਕਰਦੇ ਹਨ। ਵਾਹਿਗੁਰੂ ਜੀ ਇੱਕ ਹਨ, ਓੰਕਾਰ ਪ੍ਰਕਾਸ਼ ਰੂਪ ਹਨ। ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ। ਸੁਣ ਬਾਵਰੇ ਤੂੰ ਕਾਏ ਦੇਖ ਭੁਲਾਨਾ। ਹੇ ਬਾਵਰੇ ਝੱਲੇ ਹੋਏ ਜੀਵ, ਇਹ ਦੁਨੀਆ ਦੇ ਅਡੰਬਰ ਮਾਇਆ ਪਦਾਰਥਾਂ ਨੂੰ ਦੇਖ ਕੇ ਸੁੰਦਰ ਜਵਾਨੀ ਹੋਰ ਬੜੀਆਂ ਲੁਭਾਇਮਾਨ ਕਰਨ ਵਾਲੀਆਂ ਵਸਤੂਆਂ ਹਨ। ਇਹਨਾਂ ਨੂੰ ਦੇਖ ਕੇ ਤੂੰ ਕਾਹਦੇ ਵਾਸਤੇ ਭੁੱਲ ਗਿਆ ਹੈ। ਇਹ 4 ਦਿਨ ਦਾ ਠਾਠਾ ਵਾਗਾ ਹੈ, ਸਦਾ ਰਹਿਣ ਵਾਲਾ ਨਹੀਂ ਇਹ ਗੰਧਰਵ ਨਗਰ। ਤੂੰ ਇਹਨਾਂ ਨੂੰ ਦੇਖ ਕੇ ਕਿਉਂ ਭੁੱਲ ਗਿਆ? ਤੈਨੂੰ ਸਵਾਸਾਂ ਰੂਪੀ ਪੂੰਜੀ ਦਿੱਤੀ ਹੈ, ਇਹਦਾ ਖਰਚ ਤੂੰ ਗਲਤ ਪਾਸੇ ਕਰ ਰਿਹਾ। ਇਹ ਤਾਂ ਨਾਮ ਜਪਣ ਵਾਸਤੇ ਮਿਲਿਆ, ਤੂੰ ਪਦਾਰਥਾਂ ਵਿੱਚ ਪੈ ਗਿਆ। ਇਹਨਾਂ ਨੂੰ ਦੇਖ ਕੇ ਕਿਉਂ ਭੁੱਲ ਗਿਆ ਹੈ? ਸੁਣ ਬਾਵਰੇ ਨਿਹੋ ਕੂੜਾ ਲਾਇਓ ਕੁਸੰਬਰ ਗਾਨਾ। ਸੁਣ ਬਾਵਰੇ, ਇਹ ਝੱਲੇ ਸੁਣ ਲੈ। ਕੂੜਾ ਲਾਇਓ, ਇਹ ਝੂਠਾ ਮੋਹ ਮਮਤਾ ਲਾ ਲਈ ਹੈ। ਕੁਸੰਬੇ ਦੇ ਰੰਗ ਵਾਂਗੂ ਇਹ ਚੀਜ਼ਾਂ ਖਿਣ ਮਾਤਰ ਵਿੱਚ ਨਾਸ ਹੋ ਜਾਣ ਵਾਲੀਆਂ ਹਨ। ਉਹ ਕੁਸੁੰਬੇ ਦਾ ਰੰਗ ਲਾਲ ਤੇ ਬਹੁਤ ਹੁੰਦਾ, ਜਦੋਂ ਸੂਰਜ ਦੀ ਲਾਈਟ ਪੈਂਦੀ ਨਾ ਉੱਡ ਜਾਂਦਾ। ਕੱਚਾ ਰੰਗ ਕੁਸੁੰਬ ਕਾ ਥੋੜ ਅੜਿਆ ਦਿਨ,
ਚਾਰ ਜੀਓ। ਪਾਣੀ ਧੋਤਾ ਥਿਰ ਨਾ ਰੋਜਰੇ, ਪਾਣੀ ਪਾਓ ਬਸ ਨਾਲ ਹੀ ਰੁੜਦਾ ਜਾਂਦਾ। ਇਹ ਕੁਸੁੰਬੇ ਦੇ ਰੰਗ ਵਾਂਗੂ ਜੋ ਨਾਸ ਹੋ ਜਾਣ ਵਾਲੀਆਂ ਚੀਜ਼ਾਂ, ਉਹਨਾਂ ਦੇ ਨਾਲ ਤੂੰ ਪ੍ਰੇਮ ਪਾ ਲਿਆ। ਇਹ ਸਾਰੀਆਂ ਝੂਠੀਆਂ ਹਨ। ਕੂੜੀ ਦੇਖ ਭੁੱਲੋ, ਅੱਡ ਲਹਿ ਨਾ ਮੁੱਲੋ। ਇਹ ਕੂੜੀਆਂ ਚੀਜ਼ਾਂ ਦੇਖ ਕੇ ਤੂੰ ਭੁੱਲ ਗਿਆ। ਇਹਨਾਂ ਦਾ ਸੱਚੇ ਦੀ ਦਰਗਾਹ ਵਿੱਚ ਅੱਡ ਕਾਣੀ ਕੌਡੀ ਵੀ ਮੁੱਲ ਨਹੀਂ। ਤੂੰ ਤਾਂ ਸਮਝਣਾ ਬਹੁਤ ਕੁਛ ਹੈ, ਇਹਨਾਂ ਦਾ ਕਾਣੀ ਕੌਡੀ ਮੁੱਲ ਨਹੀਂ ਪੈਣਾ ਹੈ। ਗੋਬਿੰਦ ਨਾਮ ਮਜੀਠਾ। ਪਰ ਜਿਹੜਾ ਗੋਬਿੰਦ ਦਾ ਨਾਮ ਆ, ਇਹ ਮਜੀਠਾ, ਜਿਵੇਂ ਮਜੀਠੀ ਰੰਗ ਪੱਕਾ ਹੁੰਦਾ ਨਾ, ਜਿੰਨਾ ਧੋਵੋ ਓਨਾ ਉਹ ਜ਼ਿਆਦਾ ਚਮਕਦਾ ਦਮਕਦਾ ਗਾੜਾ ਨਿਕਲਦਾ। ਜਿਹੜਾ ਗੋਬਿੰਦ ਦਾ ਨਾਮ ਸੀ ਉਹ ਮਜੀਠੀ ਰੰਗ ਸੀ, ਉਹਨੂੰ ਤਾਂ ਤੂੰ ਭੁਲਾਏ ਦਿੱਤਾ। ਤੇ ਜਿਹੜਾ ਰੰਗ ਕੁਸੁੰਬੇ ਦੇ ਨਿਆਈ, ਇੱਧਰ ਤੂੰ ਉਹ ਮਮਤਾ ਲਾ ਲਈ ਹੈ। ਥੀ ਵਹਿ ਲਾਲਾ ਅਤ ਗੁਲਾਲਾ। ਇਹ ਦਿਸਣ ਵਿੱਚ ਤਾਂ ਬੜਾ ਲਾਲ ਆ, ਗਾੜਾ ਲਾਲ ਆ, ਜਿਵੇਂ ਲਾਲ ਰੰਗ ਦਾ ਫੁੱਲ ਹੁੰਦਾ ਨਾ, ਇਸ ਤਰ੍ਹਾਂ ਬੜਾ ਗਾੜਾ ਨਜ਼ਰ ਆ ਰਿਹਾ ਹੈ। ਪਰੰਤੂ ਇਹਦੀ ਜਿਹੜੀ ਲਾਲੀ ਹੈ ਕੁਸੁੰਬੇ ਦੇ ਰੰਗ ਦੀ ਤੇ ਝੂਠੀ ਹੈ। ਜਿਹੜਾ ਮਜੀਠੀ ਰੰਗ ਆ ਇਹ ਬੜਾ ਪੱਕਾ ਰੰਗ ਹੈ। ਸ਼ਬਦ ਚੀਨ ਗੁਰ ਮੀਠਾ। ਜਦੋਂ ਸ਼ਬਦ ਦੀ ਵਿਚਾਰ ਨੂੰ ਚੀਨ ਜਾਣ ਲਵੇਂਗਾ ਨਾ, ਸ਼ਬਦ ਦੀ ਕਮਾਈ ਕਰੇਗਾ, ਫਿਰ ਤੈਨੂੰ ਇਹ ਮਿੱਠਾ, ਇਹਦਾ ਸਵਾਦ ਜਿਹੜਾ ਹੈ ਪ੍ਰਾਪਤ ਹੋ ਜਾਏਗਾ। ਕਿਉਂਕਿ ਜਿਵੇਂ ਹੁਣ ਮਿਰਚ ਖਾ ਲਈਏ, ਉਹ ਤੋਂ ਬਾਅਦ ਗੁੜ ਕਈ ਵਾਰੀ ਮਿੱਠਾ ਨਹੀਂ ਲੱਗਦਾ, ਤੇ ਜੇ ਮਿਰਚ ਦਾ ਪ੍ਰਭਾਵ ਲੈ ਜਾਏ ਫਿਰ ਤਾਂ ਮਿੱਠਾ ਲੱਗੇਗਾ ਨਾ। ਇਹ ਦੁਨਿਆਵੀ ਪਦਾਰਥਾਂ ਦੇ ਰਸ-ਕਸ ਜਦੋਂ ਜ਼ੁਬਾਨ ਇਹਨਾਂ ਵਿੱਚ ਲੱਗੀ ਹੋਈ ਹੈ, ਗੱਲਾਂ ਬਾਤਾਂ 'ਚ ਰਸ ਆਉਂਦਾ, ਤੇ ਜਦੋਂ ਨਾਮ ਜਪਣ ਲੱਗ ਪਿਆ, ਇਹਦਾ ਮਿੱਠਾ ਸਵਾਦ ਹੈ, ਫਿਰ ਰਸ ਭੁੱਲ ਜਾਣਗੇ। ਇਹ ਰਸ ਛੱਡ ਹੈ, ਉਹ ਰਸ ਆਵਾ, ਉਹ ਰਸ ਪੀਆ, ਇਹ ਰਸ ਨਹੀਂ ਪਾਵਾ। ਫਿਰ ਇਹ ਰਸ ਜਿਹੜੇ ਚੰਗੇ ਨਹੀਂ ਲੱਗਣਗੇ। ਹੁਣ ਸ਼ਰਾਬ ਵਿੱਚ ਕੀ ਰਸ, ਫੀਮ ਹੈ, ਡੋਡੇ ਫੱਕਾ ਮਾਰ ਕੇ ਦੇ ਲੋ ਰਸ ਹੈ, ਤੰਬਾਕੂ ਵਗੈਰਾ ਹੈ, ਕਿੰਨੀ ਭੈੜੀ ਬਦਬੂ ਹੈ। ਪਰ ਜਿੰਨਾ ਚਿਰ ਇਨਸਾਨ ਇਹ ਲੱਗਾ ਰਸਾਂ 'ਚ, ਉਹ 'ਚ ਰਸ ਮੰਨਦਾ। ਤੇ ਜਦੋਂ ਫਿਰ ਸੱਚੀ ਚੀਜ਼ ਦਾ ਰਸ ਆ ਜਾਏ, ਫਿਰ ਕਹੇਗਾ ਪੈਸਾ ਵੀ ਬਰਬਾਦ ਕੀਤਾ, ਸਿਹਤ ਵੀ ਖਰਾਬ ਕੀਤੀ, ਘਰ 'ਚ ਕਲਾ ਕਲੇਸ਼ ਵੀ ਆਇਆ, ਜੀਵਨ ਵੀ ਬਰਬਾਦ ਕਰ ਲਿਆ। ਜਿਹੜੇ ਸੋਝੀ ਆਉਂਦੀ ਫਿਰ ਸਮਝੇਗਾ। ਕਈਆਂ ਨੂੰ ਤਾਂ ਸਮਝ ਆ ਜਾਂਦੀ ਹੈ, ਕਈ ਫਿਰ ਜੀਵਨ ਇਸ ਤਰ੍ਹਾਂ ਹੀ ਬਰਬਾਦ ਕਰਕੇ ਤੁਰ ਤੁਰ ਆ ਜਾਂਦੇ ਹਨ। ਇਸ ਕਰਕੇ ਮਹਾਰਾਜ ਕਹਿੰਦੇ ਇਹ ਜਿਹੜਾ ਨਾਮ ਦਾ ਸ਼ਬਦ ਦਾ ਸਵਾਦ ਹੈ, ਇਹ ਬੜਾ ਮਿੱਠਾ ਹੈ। ਮਿਥਿਆ ਮੋਹੇ ਮਗਨ ਥੀ ਰਹਿਆ। ਇਹ ਮਿਥਿਆ ਚੀਜ਼ਾਂ ਵਿੱਚ, ਝੂਠੀਆਂ 'ਚ ਮੋਹ ਪਾ ਕੇ ਦਿਨ ਰਾਤ ਇਹਨਾਂ ਵਿੱਚ ਮਸਤ ਹੋ ਰਿਹਾ ਹੈ। ਸਮਝਦਾ ਨਹੀਂ ਕਿ ਇਹਨਾਂ ਵਿੱਚੋਂ ਅੰਤ ਨੂੰ ਕਲੇਸ਼ ਦੁੱਖ ਹੀ ਨਿਕਲੇਗਾ। ਝੂਠ ਸੰਗ ਲਪਟਾਨਾ। ਝੂਠ ਦੇ ਨਾਲ ਤੇ ਬਹੁਤ ਚਿੰਬੜਿਆ ਹੋਇਆ, ਲਪਟਿਆ ਹੋਇਆ ਨਾ। ਉਹ ਜਿਸ ਤਰ੍ਹਾਂ ਦਰਿਆ ਵਿੱਚ ਕਿਤੇ ਰਿਛ ਹੜਿਆ ਜਾਂਦਾ ਸੀ, ਸਮਝਿਆ ਵੀ ਠੰਡ ਆ, ਕੰਬਲ ਹੀ ਆ, ਛਾਲ ਮਾਰੀ ਕੱਢ ਲਿਆਵਾਂ। ਉਹ ਰਿਛ ਨੇ ਜੱਫਾ ਪਾ ਲਿਆ। ਉਹ ਕਹਿੰਦਾ ਮੈਨੂੰ ਕੱਢੋ। ਕਹਿੰਦੇ ਤੂੰ ਆ ਜਾ। ਕਹਿੰਦੇ ਮੈਂ ਤਾਂ ਛੱਡਦਾ, ਹੁਣ ਇਹ ਨਹੀਂ ਛੱਡਦਾ। ਬਸ ਇਸ ਤਰ੍ਹਾਂ ਬੁਰਾਈ ਦੇ ਨਾਲ ਚਿੰਬੜਿਆ ਆ। ਛੱਡਣਾ ਵੀ ਚਾਹੁੰਦਾ, ਉਹ ਬੁਰਾਈ ਇੰਨੀ ਚਿੰਬੜ ਜਾਂਦੀ ਹੈ
ਇੰਨੀ ਚਿਮਟ ਜਾਂਦੀ ਹੈ, ਛੱਡੀ ਨਹੀਂ ਜਾਂਦੀ। ਕਿ ਸੰਗਤ ਵੀ ਨਹੀਂ ਛੱਡਦਾ। ਜੇ ਤਾਂ ਸੰਗਤ ਕਰਨ ਲੱਗ ਜਾਏ ਫਿਰ ਹੌਲੀ ਹੌਲੀ ਉਹ ਪ੍ਰਭਾਵ ਘਟਣਾ ਸ਼ੁਰੂ ਹੋ ਜਾਂਦਾ ਨਾ। ਉਹ ਕਿ ਸੰਗਤ ਨਾ ਛੱਡਣ ਕਰਕੇ ਮਾਰ ਖਾ ਰਿਹਾ। ਝੂਠ ਦੇ ਨਾਲ ਕਿਵੇਂ ਲਪਟਾਨਾ ਇਹ ਚਿੰਬੜਿਆ ਹੋਇਆ ਹੈ। ਨਾਨਕ ਦੀਨ ਸਰਣ ਕਿਰਪਾ ਨਿਤ। ਜੇ ਤਾਂ ਦੀਨ ਨਿਮਾਣਾ ਹੋ ਕੇ ਕਿਰਪਾ ਦਾ ਜੋ ਨਿਧੀ ਖਜ਼ਾਨਾ ਰੂਪੀ ਪਰਮੇਸ਼ਰ ਹੈ ਉਹਦੀ ਸ਼ਰਨ ਵਿੱਚ ਆ ਜਾਏ ਫਿਰ ਤਾਂ ਬੜੇ ਬੜੇ ਦੁਰਾਚਾਰੀ ਪਾਪੀ ਵੀ ਬਖਸ਼ੇ ਜਾਂਦੇ ਨੇ। ਉਹ ਭਾਈ ਗੁਰਦਾਸ ਨੇ ਕਿਹਾ ਵੀ ਜਿਹੜੀ ਪੂਤਨਾ ਸੀ ਉਹ ਕ੍ਰਿਸ਼ਨ ਜੀ ਨੂੰ ਦੁੱਧਾਂ ਨਾਲ ਜ਼ਹਿਰ ਲਾ ਕੇ ਦੁੱਧ ਚੁਗਾਉਣ ਆਈ ਸੀ। ਕੰਸ ਦੀ ਭੇਜੀ ਕਿ ਉਹਨਾਂ ਨੂੰ ਮਾਰਿਆ। ਉਹ ਕ੍ਰਿਸ਼ਨ ਜੀ ਨੇ ਉਹਦਾ ਗਲ ਘੁੱਟ ਕੇ ਉਹਨੂੰ ਮੁਕਤ ਕਰ ਦਿੱਤਾ। ਭਾਈ ਗੁਰਦਾਸ ਕਹਿੰਦੇ ਵੀ ਜੇ ਪੂਤਨਾ ਜ਼ਹਿਰ ਲਾ ਕੇ ਆਈ ਸੀ ਇਹ ਜ਼ਹਿਰ ਪਿਲਾਉਣਾ ਕੋਈ ਚੰਗਾ ਕੰਮ ਤਾਂ ਨਹੀਂ ਨਾ। ਵੀ ਹੁਣ ਜ਼ਹਿਰ ਲੈ ਕੇ ਆਈ ਸੀ ਤੇ ਮੁਕਤ ਹੋ ਗਈ। ਕਹਿੰਦੇ ਚਲੋ ਉਹ ਤਾਂ ਉਹਨਾਂ ਦੀ ਮਿਹਰ ਹੋ ਗਈ ਤੇ ਇਹ ਨਹੀਂ ਵੀ ਉਹਨੂੰ ਪੂਤਨਾ ਜ਼ਹਿਰ ਲਿਆ ਕੇ ਜ਼ਹਿਰ ਲਾ ਕੇ ਆਈ ਵੀ ਜ਼ਹਿਰ ਪਿਲਾਉਣਾ ਕੋਈ ਚੰਗਾ ਕੰਮ ਆ। ਬੁਰਾ ਕੰਮ ਤੇ ਬੁਰਾ ਹੀ ਹੁੰਦਾ ਹੈ। ਰਾਖ ਲਾਜ ਭਗਤਾਨਾ। ਬਹੁ ਵਚਨ ਹੈ। ਭਗਤਾਂ ਦੀ ਕਿਰਪਾ ਕਰਕੇ ਲਾਜ ਰੱਖ ਲਓ। ਹੁਣ ਭਗਤ ਕੋਈ ਬਣੇਗਾ ਤੇ ਫੇਰ ਹੀ ਲਾਜ ਰੱਖੇਗਾ ਨਾ। ਅੰਦਰ ਭਗਤੀ ਹੋਵੇਗੀ। ਦਿਖਾਵੇ ਵਾਲੀ ਚੀਜ਼ ਤਾਂ ਫਿਰ ਮਲਮਾ ਹੀ ਹੁੰਦਾ। ਇਸ ਵਾਸਤੇ ਜਿਹੜੇ ਤੇਰੇ ਭਗਤ ਆ ਉਹਨਾਂ ਦੀ ਕਿਰਪਾ ਕਰਕੇ ਲਾਜ ਰੱਖ ਲੈਣਾ ਕਰੋ। ਸੁਣ ਬਾਵਰੇ ਸੇਵ ਠਾਕੁਰ ਨਾਥ ਪ੍ਰਾਣਾ। ਹੇ ਬਾਵਰੇ ਤੂੰ ਸੇਵਾ ਕਰ ਜਿਹੜਾ ਪ੍ਰਾਣਾ ਦਾ ਨਾਥ ਹੈ। ਇਹ ਸਵਾਸ ਉਹ ਹੀ ਦੇਣ ਵਾਲਾ ਨਾ। ਪ੍ਰਾਣਾ ਦਾ ਸੁਆਮੀ ਉਹ ਜੋ ਖਿੱਚ ਲੈ ਤੇ ਕੀ ਹੈ ਇਹਦੇ ਕੋਲ ਕੁਛ ਵੀ ਨਹੀਂ। ਜਿੰਨਾ ਚਿਰ ਸਵਾਸ ਆ ਉਹਨਾਂ ਚਿਰ ਤੇ ਇਹ ਭੱਜਾ ਨੱਠਾ ਫਿਰਦਾ ਹੈ। ਜਦੋਂ ਸਵਾਸ ਖਿੱਚ ਲੈ ਇਹ ਸਰੀਰ ਵੀ ਉਵੇਂ ਕਿਵੇਂ ਹੁੰਦਾ। ਨੇਤਰ ਵੀ, ਕੰਨ ਵੀ, ਰਸਨਾ ਵੀ, ਸਾਰੇ ਇੰਦਰੀਏ, ਪੈਰ, ਹੱਥ। ਫੇਰ ਤਾਂ ਕੋਈ ਕਿਰਿਆ ਨਹੀਂ ਕਰਦਾ। ਇਹ ਮੁਰਦਾ ਹੈ। ਫਿਰ ਇਹਨੂੰ ਇੱਕ ਘੜੀ ਘਰ ਵੀ ਕੋਈ ਨਹੀਂ ਰੱਖਦਾ। ਫਿਰ ਤਾਂ ਕਹਿੰਦੇ ਹੁਣ ਦਿਨ ਛੋਟੇ ਆ, ਸੂਰਜ ਡੁੱਬਦਾ ਜਾ ਰਿਹਾ, ਧੁੰਦ ਵੀ ਬੜੀ ਪਈ ਹੋਈ ਹੈ, ਮੀਂਹ ਮੂੰਹ ਨਾ ਆ ਜਾਏ ਫਿਰ ਛੇਤੀ ਛੇਤੀ ਹੁਣ ਇਹਦਾ ਗੁੱਗਾ ਪੂਜ ਦਈਏ। ਜਲਦੀ ਜਲਦੀ ਬਾਲਣ ਵੀ ਪੂਰਾ ਸੁੱਕਾ ਨਹੀਂ ਹੈ। ਸੋ ਇਸ ਵਾਸਤੇ ਫਿਰ ਤੇਰਾ ਪਾਣੀ ਕੋਡੀ ਮੁੱਲ ਨਹੀਂ ਨਾ ਰਹਿ ਜਾਂਦਾ। ਜਿਹੜਾ ਕੱਲ ਕਿੰਨਾ ਕੁਛ ਕਰਦਾ ਸੀ ਮਨ ਕਰਕੇ। ਪੱਗਾਂ ਮੈਨੂੰ ਹੁਰੀਆ ਮਾਰਤਾ, ਬਦਨੇ ਮੈਨੂੰ ਖਿਰ ਖਿਰ ਹਾਸਤਾ। ਬਿਨ ਆਸਥਨ ਗਊ ਲਵੇਰੀ, ਪੈਂਡੇ ਬਿਨ ਬਾਟ ਕਨੇਰੀ। ਬਿਨ ਸਤਿਗੁਰ ਬਾਟ ਨਾ ਪਾਈ, ਕਹਿ ਕਬੀਰ ਸਮਝਾਈ। ਰਸਤੇ ਪਿਆ ਹੀ ਨਹੀਂ ਤੇ ਰਸਤਾ ਮੁੱਕੇ ਕਿਵੇਂ। ਪੈ ਗਿਆ ਕੁਰਾਹੇ, ਕੁਰਾਹੇ ਪਿਆ ਬੰਦਾ ਸੁਖੀ ਤਾਂ ਹੁੰਦਾ ਹੀ ਨਹੀਂ। ਤੇ ਗੁਰੂ ਮਹਾਰਾਜ ਨੇ ਰਸਤਾ ਦਿੱਤਾ, ਪੰਥ ਸਹੇਲੇ ਜਾਵੋ ਤਾਂ ਸੁਖ ਪਾਵੋ। ਉਹ ਜਿਹੜਾ ਸੁਖ ਵਾਲਾ ਰਸਤਾ ਸੀ ਉੱਧਰ ਨਹੀਂ ਜਾਂਦਾ ਕਿ ਗੁਰੂ ਵਾਲਾ ਬਣਾ, ਕੋਈ ਨਾਮ ਬਾਣੀ ਦਾ ਅਭਿਆਸ ਕਰਾਂ, ਕੋਈ ਸੇਵਾ ਸਿਮਰਨ ਦਾ ਰਸਤਾ। ਕਈ ਵਾਰੀ ਧਾਰਮਿਕ ਪਾਸੇ ਆ ਕੇ ਵੀ ਪੁੱਠੇ ਪਾਸੇ ਤੁਰਿਆ ਰਹਿੰਦਾ, ਸਹੀ ਲਾਈਨ ਫੜਦਾ ਹੀ ਨਹੀਂ। ਆਸਰਾ ਲੈਂਦਾ ਪਰ ਤੁਰਦਾ ਗਲਤ ਆ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ ਬਾਬਰੇ ਉਹ ਤੇਰੇ ਪ੍ਰਾਣਾਂ ਦਾ ਨਾਥ ਆ। ਇਹ ਪ੍ਰਾਣ ਤੇਰੇ ਆਪਣੇ ਨਹੀਂ, ਇਹ ਮਨੁੱਖ ਜਨ ਵੀ ਤੇਰਾ ਆਪਣੇ। ਇਹ ਉਹਦੀ ਦੌਲਤ ਆ। ਇਹ ਤੈਨੂੰ ਮਿਹਰ ਕਰਕੇ ਮਨੁੱਖ ਦੇ ਦਿੱਤੀ, ਸਵਾਸ ਦਿੱਤੇ ਹੈ, ਬੁੱਧੀ ਦਿੱਤੀ ਹੈ।
ਕਿਉਂ ਤੂੰ ਗਲਤ ਵਸ ਤੁਰਿਆ? ਤੈਨੂੰ ਸਮਝਾਉਣ ਵਾਸਤੇ ਕਿੰਨੇ ਸਕੂਲ, ਕਾਲਜ, ਯੂਨੀਵਰਸਿਟੀਆਂ, ਕਿੰਨੇ ਧਾਰਮਿਕ ਕੇਂਦਰ, ਕਿੰਨੀਆਂ ਪੁਸਤਕਾਂ, ਕਿੰਨੇ ਧਰਮ ਸ਼ਾਸਤਰ, ਬੜੀਆਂ ਯੂਨੀਵਰਸਿਟੀਆਂ ਬਣੀਆਂ ਹੋਈਆਂ। ਤੂੰ ਫੇਰ ਵੀ ਵਿਕ ਲੈ ਰਿਹਾ। ਪਸ਼ੂ ਪੰਛੀਆਂ ਲਈ ਤਾਂ ਕੋਈ ਐਸਾ ਬਦਿਆਲਾ ਨਹੀਂ ਨਾ। ਜਿੱਥੇ ਉਹਨਾਂ ਨੂੰ ਖੜੇ ਕੀਤਾ ਉੱਥੇ ਹੀ ਖੜੇ ਆ। ਇਹ ਇਨਸਾਨ ਕਿਤੇ ਖਲੋਂਦਾ ਹੀ ਨਹੀਂ। ਗਿਰਗਿਟ ਵਾਂਗੂ ਕਿਵੇਂ ਨਵੇਂ ਰੰਮੇ ਰੰਗ ਬਦਲਦਾ ਹੈ। ਇਸ ਕਰਕੇ ਤੇਰੇ ਪ੍ਰਾਣਾਂ ਦਾ ਨਾਥ ਪਰਮੇਸ਼ਰ ਹੈ, ਉਸ ਨੂੰ ਯਾਦ ਕਰ। ਸੁਣ ਬਾਵਰੇ ਜੋ ਆਇਆ ਤਿਸ ਜਾਣਾ। ਹੇ ਬਾਵਰੇ ਚੱਲੇ ਪਾਗਲ, ਤੂੰ ਤਾਂ ਕਹਿੰਦਾ ਮੈਂ ਸਦਾ ਰਹਿਣਾ ਨਾ। ਜਿਹੜੇ ਮਕਾਨ ਬਣਾਉਣਾ ਪਾਣੀ ਹਾਂਡੇ ਤੋਂ ਕਿੰਨੇ ਲੈਂਟਰ ਪਾ ਪਾ ਕੇ ਸਰੀਏ ਮਕਾਨ ਉਸਾਰਦਾ। ਮਕਾਨਾਂ ਦੀ ਤਾਂ ਉਮਰ ਕੋਈ ਹੈਗੀ ਹੈ, ਤੇਰੀ ਉਮਰ ਕਿੰਨੀ ਕੁ? ਇਸ ਵਾਸਤੇ ਕਹਿੰਦੇ ਹੇ ਬਾਵਰੇ ਤੂੰ ਬੜੀ ਭੁੱਲ ਵਿੱਚ ਪਿਆ ਹੋਇਆ ਹੈ ਕਿ ਇੱਕ ਦਿਨ ਤਾਂ ਇੱਥੋਂ ਜਾਣਾ ਪੈਣਾ। ਇਹ ਸੰਸਾਰ ਇੱਕ ਮੁਸਾਫਰਖਾਨਾ ਹੀ ਹੈ। ਮੁਸਾਫਰ ਸਰਾਂ ਵਿੱਚ ਕਿੰਨਾ ਕੁ ਚਿਰ ਰਹੇਗਾ? ਜਾਣਾ ਪੈਂਦਾ ਹੈ ਨਾ। ਇਸ ਵਾਸਤੇ ਫਿਰ ਪੜ੍ਹੋ। ਸੁਣ ਬਾਵਰੇ ਜੋ ਆਇਆ ਤਿਸ ਜਾਣਾ। ਇਹ ਬਾਵਰੇ ਜਿਹੜਾ ਵੀ ਸੰਸਾਰ ਤੇ ਆਇਆ, ਜੋ ਪੁਜੋ ਸੋ ਬਿਨਸ ਹੈ, ਪਰੋ ਆਜ ਕੈ ਕਾਲ। ਨਾਨਕ ਹਰ ਗੁਣ ਗਾਏ ਲੈ, ਛਾੜ ਸਗਲ ਜੰਜਾਲ। ਜਿਹੜਾ ਵੀ ਆਇਆ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਇੱਕ ਦਿਨ ਜਾਣਾ ਪੈਣਾ ਹੈ। ਜਿੱਥੇ ਨਹੀਂ ਰਹਿਣਾ ਉੱਥੇ ਤੂੰ ਮੋਹ ਪਾ ਲਿਆ। ਜਿੱਥੇ ਜਾ ਕੇ ਮੁੜ ਕੇ ਜਨਮ ਨਹੀਂ ਹੋਣਾ, ਉਸ ਦੇਸ਼ ਨੂੰ ਤੂੰ ਭੁਲਾਏ ਦਿੱਤਾ ਹੈ। ਉਸ ਦੇਸ਼ ਨੂੰ ਤਾਂ ਫਿਰ ਉਹ ਭਗਤ ਜਾਂਦੇ ਹਨ, ਸੰਤ ਲੋਕ, ਕਮਾਈ ਵਾਲੇ, ਬੰਦਗੀ ਵਾਲੇ। ਬੇਗਮਪੁਰਾ ਸ਼ਹਿਰ ਕੋ ਨਾਓ ਦੂਖੰਦੋ, ਨਹੀਂ ਤੇ ਠਾਓ ਨਾ ਤਸਵੀਸ ਖਰਾਜ ਨਾ ਮਾਲ। ਖੌਫ ਨਾ ਖਤਾ ਨਾ ਤਰਸ ਜਵਾਲ, ਅਬ ਹਮ ਖੂਬ ਵਤਨ ਗਹਿ ਪਾਈ। ਊਹਾਂ ਖੈਰ ਸਦਾ ਮੇਰੇ ਭਾਈ। ਉੱਥੇ ਤਾਂ ਸਦਾ ਹੀ ਸਭ ਦਾ ਭਲਾ ਮਨਾਇਆ ਜਾਂਦਾ। ਉਹ ਦੇਸ਼ ਨੂੰ ਤੂੰ ਭੁੱਲ ਗਿਆ। ਇਹ ਤਾਂ ਪਰਾਇਆ ਦੇਸ਼ ਹੈ, ਪਰਦੇਸੀ ਹੈ ਤੂੰ, ਪਰ ਤੂੰ ਇਹਨੂੰ ਆਪਣਾ ਸਮਝ ਕੇ ਬੈਠ ਗਿਆ। ਉਸ ਦੇਸ਼ ਨੂੰ ਭੁਲਾ ਦਿੱਤਾ, ਉਸ ਰਸਤੇ ਨੂੰ ਛੱਡ ਦਿੱਤਾ ਜਿਹੜਾ ਸੱਚਖੰਡ ਵੱਲ ਜਾਣ ਵਾਲਾ ਸੀ। ਤੂੰ ਤਾਂ ਨਰਕਾਂ ਦੇ ਰਸਤੇ ਤੇ ਤੁਰ ਰਿਹਾ ਹੈ। ਨਿਰਜਲ ਹੱਬ ਵੈਸੀ ਸੁਣ ਪਰਦੇਸੀ। ਇਹ ਜਿਹੜੀਆਂ ਰਹਿਣ ਵਾਲੀਆਂ ਚੀਜ਼ਾਂ ਨੂੰ ਨਹੀਂ ਨਿਸ਼ਚਲ ਮੰਨ ਬੈਠਾ। ਇਹ ਪਰਦੇਸੀਆ, ਇਹ ਸਾਡੀ ਗੱਲ ਨੂੰ ਤੂੰ ਸੁਣ ਲੈ। ਸੰਤ ਸੰਗ ਮਿਲ ਰਹੀ ਹੈ। ਇਹ ਜਿੰਨਾ ਚਿਰ ਮਨੁੱਖ ਦੇ ਮਿਲੀ ਆ ਨਾ, ਬੰਦਗੀ ਵਾਲੇ ਜਿਹੜੇ ਸੰਤ ਆ, ਉਹਨਾਂ ਦੀ ਸੰਗਤ ਕਰਿਆ ਕਰ। ਸੱਚੀ ਸੰਗਤ ਵਿੱਚ ਰਿਹਾ ਕਰ। ਹਰ ਪਾਈਐ ਭਾਗੀ ਸੁਣ ਬੈਰਾਗੀ। ਹਾਂ, ਹਰੀ ਨਿਰੰਕਾਰ ਭਾਗਾਂ ਨਾਲ ਮਿਲਦਾ ਹੈ। ਜੇ ਮਨ ਵਿੱਚ ਬੈਰਾਗ ਅਵਸਥਾ ਨੂੰ ਧਾਰਨ ਕਰ ਲੈਣਾ ਕਰੀਏ। ਚਰਨ ਪ੍ਰਭੂ ਗਹਿ ਰਹੀਐ। ਹਾਂ, ਪ੍ਰਭੂ ਪਰਮੇਸ਼ਰ ਦੇ ਜਿਹੜੇ ਚਰਨ ਹਨ, ਉਪਦੇਸ਼, ਉਹਨਾਂ ਨੂੰ ਸਦਾ ਪਕੜ ਕੇ ਰਹੀਏ। ਉਹਨਾਂ ਉਪਦੇਸ਼ਾਂ ਦਾ ਕਦੇ ਵੀ ਤਿਆਗ ਨਾ ਕਰੀਏ। ਇਹੋ ਮਨ ਦੀਜੈ ਸੰਕ ਨਾ ਕੀਜੈ। ਇਹ ਜਿਹੜਾ ਮਨ ਗੁਰੂ ਨੂੰ ਦੇ ਦਿੱਤਾ ਜਾਏ, ਸ਼ੰਕਾ ਨਾ ਕੀਤੀ ਜਾਏ। ਜੇ ਮਨ ਗੁਰੂ ਨੂੰ ਦੇ ਦਿੱਤਾ ਖਾਣੀ ਕੀ ਹੋਏਗਾ? ਜਦੋਂ ਗੁਰੂ ਨੂੰ ਦੇ ਦੇਵੇਂਗਾ ਮਨ,
ਫਿਰ ਤੂੰ ਬੁਰਾਈ ਤੋਂ ਬਚ ਜਾਏਗਾ। ਜਿੰਨਾ ਚਿਰ ਮਨ ਨੂੰ ਅਸੀਂ ਆਪਣਾ ਬਣਾਉਂਦੇ ਨਾ, ਫਿਰ ਇਹ ਆਪਣੇ ਮਗਰ ਲਾ ਕੇ ਬਹੁਤ ਕੁਝ ਕਰਾਉਂਦਾ ਹੈ। ਜਦੋਂ ਗੁਰੂ ਨੂੰ ਦੇ ਦਈਏ ਫਿਰ ਤਾਂ ਨਹੀਂ ਕਹਾਂਗੇ ਮੇਰਾ ਮਨ ਮੰਨਦਾ ਕਿ ਨਹੀਂ ਮੰਨਦਾ, ਫਿਰ ਆਪਣੀ ਮਰਜ਼ੀ ਨਹੀਂ ਨਾ ਕਰੇਗਾ। ਇਹ ਮਨ ਗੁਰੂ ਨੂੰ ਸੌਂਪ ਦਈਏ, ਇਹਦੇ ਵਿੱਚ ਕਦੇ ਵੀ ਸ਼ੰਕਾ ਨਾ ਕਰੀਏ। ਗੁਰਮੁਖ ਤਜ ਬਹੁ ਮਾਣਾ। ਗੁਰਮੁਖ ਬਣਨਾ ਚਾਹੁੰਦਾ ਤੇ ਜਿਹੜਾ ਮਾਣ ਹੰਕਾਰ ਆ ਨਾ ਬਹੁਤਾ, ਇਹ ਤਿਆਗ ਦੇ। ਮਾਇਆ ਦਾ ਪਦਾਰਥ ਹੁੰਦਾ, ਜਵਾਨੀ ਦਾ, ਕਿਸੇ ਪਦਵੀ ਦਾ, ਜਾਂ ਹੋਰ ਕਈ ਤਰ੍ਹਾਂ ਦੇ ਮਾਣ ਹੈਗੇ ਆ, ਉਹਨਾਂ ਨੂੰ ਤਿਆਗ ਦੇਣਾ ਕਰ। ਨਾਨਕ ਦੀਨ ਭਗਤ ਭਵ ਤਾਰਨ। ਜਿਹੜਾ ਦੀਨ ਬਣਦਾ ਹੈ, ਭਗਤੀ ਧਾਰ ਕੇ ਭਗਤ ਬਣਦਾ ਹੈ, ਉਹਨੂੰ ਮਹਾਰਾਜ ਤਾਰਦੇ ਆ। ਉਹ ਤਰਨ ਵਾਲੇ ਰਸਤੇ ਤੁਰਦਾ ਹੈ। ਤੇਰੇ ਕਿਆ ਗੁਣ ਆਖ ਵਖਾਣਾ। ਇਹ ਮਹਾਰਾਜ ਆਪ ਦੇ ਗੁਣ ਤੇ ਬਹੁਤੇ, ਕਿੰਨੇ ਕੁ ਕਹਿ ਕਹਿ ਕੇ ਦੱਸੀਏ। ਗੁਰੂ ਮਹਾਰਾਜ ਦੇ ਜੀਵਨ ਉੱਪਰ ਥੋੜ੍ਹੀਆਂ ਪੁਸਤਕਾਂ ਲੋਕਾਂ ਨੇ ਲਿਖੀਆਂ। ਜਿੰਨੀ ਜਿੰਨੀ ਬੁੱਧੀ ਆ ਉਹ ਯਤਨ ਕਰਦਾ ਹੈ। ਜਿਵੇਂ ਕੋਈ ਪੰਛੀ ਆਕਾਸ਼ ਦਾ ਅੰਤ ਨਹੀਂ ਲੈ ਸਕਦਾ, ਮੱਛੀ ਸਮੁੰਦਰ ਦਾ ਅੰਤ ਪਾਉਣਾ ਚਾਹੇ ਨਹੀਂ ਪਾ ਸਕਦੀ, ਉਹ ਪਰਮਾਤਮਾ ਦਾ ਅੰਤ ਕੌਣ ਪਾਏਗਾ। ਜਿੰਨੀ ਜਿੰਨੀ ਕਿਸੇ ਨੂੰ ਬੁੱਧੀ ਦਿੱਤੀ ਹੈ, ਸਮਰੱਥਾ, ਉਹਨਾਂ ਕੁ ਯਤਨ ਕਰਦਾ। ਉਹ ਕਹਿ ਵੀ ਦਿੰਦਾ, ਦੇਖੋ ਜੀ ਅਸੀਂ ਕਿੰਨੀ ਸੋਹਣੀ ਪੁਸਤਕ ਲਿਖੀ ਹੈ। ਖੁਸ਼ ਹੁੰਦਾ ਹੈ, ਪੁਸਤਕ ਰਿਲੀਜ਼ ਕਰਾਉਂਦਾ ਹੈ। ਤੇ ਗੁਰੂ ਗ੍ਰੰਥ ਸਾਹਿਬ 'ਚ ਕਿੰਨੀ ਮਹਿਮਾ ਲਿਖੀ ਹੈ। ਇਹਦੇ ਨੂੰ ਵੱਡਾ ਧਰਮ ਸ਼ਾਸਤਰ ਕਿਹੜਾ। ਪਰ ਉਹਨੇ ਇੰਨਾ ਕੁਛ ਲਿਖ ਕੇ ਫੇਰ ਵੀ ਕਿਹਾ, ਹੇ ਪਰਮੇਸ਼ਰ, ਤੇਰੇ ਪਿਆਰੇ ਤੇਰੀ ਉਪਮਾ ਕੀਤੀ ਨਹੀਂ ਜਾਂਦੀ। ਹੋਰ ਕਿਤੇ ਗਾਵਨ ਸੇ ਮੈਂ ਚਿਤ ਨ ਆਵਨ, ਨਾਨਕ ਕਿਆ ਵਿਚਾਰੇ। ਬਹੁਤ ਉਪਮਾ ਥੋਰ ਕਹੀ, ਅੰਤ ਨਾ ਅੰਤਾ ਸਦਾ ਬੇਅੰਤਾ ਹੈ। ਤੇਰੀ ਮਹਿਮਾ ਦਾ ਵਰਣਨ ਨਹੀਂ ਕੀਤਾ ਜਾਂਦਾ ਹੈ। ਸੁਣ ਬਾਵਰੇ ਕਿਆ ਕੀਚੈ ਕੂੜਾ ਮਾਨੋ। ਹੇ ਬਾਵਰੇ, ਤੂੰ ਕਾਹਦੇ ਵਾਸਤੇ ਕੂੜਾ ਮਾਣ ਕਰਦਾ। ਇਹ ਦਿਲ ਬੜੀ ਸੁੰਦਰ ਹੈ, ਇਹਦਾ ਕੀ ਮਾਣ ਕਰੇਗਾ। ਕਈ ਵਾਰੀ ਲਕਵਾ ਹੋ ਜਾਂਦਾ ਹੈ, ਅਧਰੰਗ ਹੋ ਜਾਂਦਾ ਹੈ, ਗੰਠੀਆ ਹੋ ਜਾਂਦਾ ਹੈ, ਕੁੱਬ ਨਿਕਲ ਆਉਂਦਾ ਹੈ। ਦੇਹ ਦਾ ਵੀ ਕੋਈ ਮਾਣ ਹੈ। ਕਿਹੜੇ ਵੇਲੇ ਸਰੀਰ ਦੇ ਉੱਤੇ ਕਿਸ ਤਰ੍ਹਾਂ ਦੀ ਕਿਰਿਆ ਹੋ ਜਾਣੀ ਹੈ, ਇਹ ਕਿਸੇ ਦਾ ਬਸ ਤਾਂ ਕੋਈ ਚੱਲਦਾ ਹੀ ਨਹੀਂ। ਧੰਨ ਧੰਨ ਬਾਬਾ ਕਰਮ ਸਿੰਘ ਜੀ ਮਹਾਰਾਜ ਹੋਤੀ ਮਰਦਾਨ ਵਾਲੇ, ਜਿੱਥੇ ਬੰਦਗੀ ਕਰਦੇ ਹੁੰਦੇ ਸੀ, ਇੱਕ ਪਠਾਨ ਨੇ ਉੱਥੇ ਆ ਕੇ ਗੰਦ ਖਿਲਾਰ ਜਾਣਾ, ਬਹੁਤ ਮਾੜੀ ਕਿਰਿਆ ਕਰਨੀ। ਮਹਾਂਪੁਰਖਾਂ 'ਚ ਤਾਂ ਬਹੁਤ ਸਹਿਣ ਸ਼ਕਤੀ ਹੁੰਦੀ ਹੈ। ਖਾਦ ਖੋ ਧਰਤੀ ਸਹਿ, ਕਾਟ ਕੂਟ ਬਨ ਰਾਏ, ਕਟੂ ਵਚਨ ਸਾਧੂ ਸਹੇ, ਔਰ ਪੈ ਸਹਿਆ ਨਾ ਜਾਏ। ਪਰ ਹਰੇਕ ਚੀਜ਼ ਦੀ ਹੱਦ ਹੁੰਦੀ ਨਾ। ਇਹ ਫਿਰ ਹੱਦੋਂ ਟੱਪ ਗਿਆ, ਨਿੰਦਿਆ ਵੀ ਬਹੁਤ ਕਰਨੀ। ਉਹਨੇ ਗਾਂਹ ਹੋਰ ਜੰਗਲ ਚਲੇ ਜਾਣਾ। ਅਖੀਰੀ ਦਾ ਮੂੰਹ ਸੂਰ ਵਰਗਾ ਹੋ ਗਿਆ, ਮਰ ਗਿਆ। ਉਹ ਮੁਸਲਮਾਨ ਹੁਣ ਸੂਰ ਨੂੰ ਇਸ ਤਰ੍ਹਾਂ ਸਮਝਦੇ, ਇਹਦੀ ਕੋਈ ਦਫਨਾਉਣ ਦੀ ਕਿਰਿਆ ਨਾ ਕਰੇ। ਫਿਰ ਸਿਆਣੇ ਬੰਦੇ ਇਕੱਠੇ ਹੋਏ ਵੀ ਕਾਰਨ ਕੀ ਇਹ ਸੂਰ ਮੂੰਹਾਂ ਬਣ ਗਿਆ। ਕਹਿੰਦੇ ਇਸ ਤਰ੍ਹਾਂ ਇਹ ਮਹਾਂਪੁਰਖ ਜਿੱਥੇ ਭਜਨ ਕਰਦੇ ਗੰਦ ਖਿਲਾਰਦਾ ਸੀ, ਨਿੰਦਿਆ ਕਰਦਾ ਸੀ,
ਕਹਿੰਦੇ ਇਹ ਤਾਂ ਹੁਣ ਸੰਤ ਦੋਖੀ ਹੈ। ਸੰਤ ਦੋਖੀ ਕੋ ਥਾਓ ਕੋ ਨਾ ਹੈ, ਬਖਸ਼ਣਗੇ ਤਾਂ ਉਹੀ ਕਿ ਚਲੋ ਮਨੁੱਖ ਦੇ ਰੁਲੇਗੀ, ਸੰਭਾਲਣੀ ਤਾਂ ਹੋਈ। ਬੇਨਤੀ ਕੀਤੀ, ਕਹਿੰਦੇ ਅਸੀਂ ਤਾਂ ਕੁਝ ਕਿਹਾ ਨਹੀਂ, ਇਹਦਾ ਆਪਣਾ ਹੀ ਕਰਮ ਹੈ। ਵੀ ਅਸੀਂ ਤਾਂ ਨਾ ਕੋਈ ਵਰ ਦਿੱਤਾ, ਨਾ ਕੋਈ ਸਰਾਪ ਦਿੱਤਾ। ਜਿਹੋ ਜਿਹਾ ਕਰਮ ਕਰਦਾ ਸੀ ਵੈਸਾ ਫਲ ਇਹਨੂੰ ਲੱਗ ਗਿਆ। ਜਿਹੋ ਜਿਹਾ ਬੀਜ ਬੀਜੇਗਾ ਫਲ ਉਹੋ ਜਿਹਾ ਹੀ ਲੱਗੇਗਾ ਨਾ। ਇਹਦਾ ਆਪਣਾ ਕਰਮ ਹੈ। ਜੇ ਸੇਵਾ ਕਰਕੇ ਸੁੱਖ ਮਿਲਦਾ ਉਹ ਵੀ ਉਹਦਾ ਕਰਮ, ਪਾਪ ਕਰਕੇ ਦੁੱਖ ਉਹ ਵੀ ਉਹਦਾ ਕਰਮ। ਸੋ ਇਸ ਵਾਸਤੇ ਜੇ ਸਾਧੂ ਦਾ ਕੋਈ ਕਰਮ ਮਾੜਾ ਆ ਉਹ ਨਿੰਦਿਆ ਵਾਲੇ ਲੈ ਜਾਂਦੇ ਆ, ਪੁੰਨ ਕਰਮ ਸੇਵਾ ਵਾਲੇ ਲੈ ਜਾਂਦੇ ਆ। ਅਖੀਰ ਉਹ ਸਾਰੇ ਮੁਸਲਮਾਨ ਆਏ ਨਗਰ ਦੇ, ਬੇਨਤੀਆਂ ਕੀਤੀਆਂ। ਫਿਰ ਦਿਆਲੂ ਸੀ, ਸੇਵਾਦਾਰ ਦੀ ਡਿਊਟੀ ਲਾਈ, ਸੇਵਾ ਲਾਈ ਕਿ ਕਈ ਵਾਰੀ ਜਲ ਤੇ ਮੂਲ ਮੰਤਰ ਪੜ੍ਹ ਕੇ ਛਿੱਟਾ ਮਾਰਦੇ। ਫਿਰ ਉਹਦਾ ਮੂੰਹ ਸਿੱਧਾ ਹੋਇਆ। ਫਿਰ ਉਹ ਮੁਸਲਮਾਨਾਂ ਨੂੰ ਉਹਦੀ ਦਫਨਾਉਣ ਦੀ ਕਿਰਿਆ ਕੀਤੀ। ਇਸ ਕਰਕੇ ਮਹਾਰਾਜ ਕਹਿੰਦੇ ਆ ਜਿਹੜੀ ਜਵਾਨੀ ਦਾ ਤੂੰ ਹੰਕਾਰ ਕਰਦਾ, ਇਹਦੀ ਦੁਰਵਰਤੋਂ ਕਰੇਗਾ, ਵਿਗੜੇ ਵਿਗੜ ਰੂਪ ਬਕਰਾਲ ਬਣ ਜਾਂਦੀ ਹੈ। ਇਸ ਵਾਸਤੇ ਤੂੰ ਹੰਕਾਰ ਨਾ ਕਰ। ਸੁਣ ਬਾਵਰੇ ਹੱਬ ਵੈਸੀ ਗਰਭ ਗਮਾਨਾ। ਹੇ ਬਾਵਰੇ, ਤੂੰ ਹੰਕਾਰ ਧਾਰ ਕੇ ਮਿਲੇ ਹੋਏ ਮਾਇਆ ਪਦਾਰਥਾਂ ਦਾ ਗੁਮਾਨ ਹੰਕਾਰ ਕਿਉਂ ਕਰਦਾ ਹੈ? ਪਰਮੇਸ਼ਰ ਦੀ ਸੱਤਾ ਬੜੀ ਅਲੌਕਿਕ ਹੈ। ਖਿਨਵੇਂ ਰਾਉ ਰੰਗ ਕੋ ਕਰੇ, ਰਾਉ ਰੰਗ ਕਰ ਡਾਰੈ। ਰੀਤੇ ਭਰੇ ਭਰੇ ਸਹਨਾਵੈ, ਜੇ ਤਾ ਕੋ ਵਿਵਹਾਰ ਹੈ। ਭਿਖਾਰੀ ਤੇ ਜੋ ਰਾਜ ਕਰਾਵੇ, ਰਾਜਾ ਤੇ ਭਿਖਾਰੀ ਵੀ ਬਣਾ ਦਿੰਦਾ ਹੈ। ਇਸ ਕਰਕੇ ਤੂੰ ਇਹ ਹੰਕਾਰ ਗੁਮਾਨ ਨਾ ਕਰ। ਨਿਰਜਲ ਹੱਬ ਜਾਣਾ ਮਿਥਿਆ ਮਾਣਾ। ਹੱਬ ਸਾਰਾ ਕੁਝ ਛੱਡ ਕੇ ਤੈਂ ਚਲੇ ਜਾਣਾ। ਇਹ ਮਾਣ ਤੇਰਾ ਮਿਥਿਆ। ਮਾਇਆ ਪਦਾਰਥ ਬਹੁਤ ਇਕੱਠੇ ਕਰਦਾ, ਜਾਣ ਲੱਗਿਆ ਤਾਂ ਕੋਈ ਚੀਜ਼ ਆਏਗੀ। ਪੁੱਤਾਂ ਧੀਆਂ ਪਰਿਵਾਰ ਤੋਂ ਵੀ ਲੁਕੋ ਲੁਕੋ ਕੇ ਰੱਖਦਾ ਵੀ ਭੇਤ ਨਾ ਲੱਗ ਜਾਣ। ਬਾਪੂ ਦੀ ਧੌਣ ਤੇ ਗੋਡਾ ਰੱਖਣਗੇ, ਤੂੰ ਸਾਨੂੰ ਦਿੰਦਾ ਨਹੀਂ, ਤੇ ਜਿਹੜੇ ਫੂਕ ਨਿਕਲ ਗਈ ਫੇਰ ਤੂੰ ਨਾਲ ਲੈ ਆਏਗਾ। ਇਸ ਵਾਸਤੇ ਇਹ ਤੇਰਾ ਜਿਹੜਾ ਗਰਭ ਮਾਣ ਇਹ ਠੀਕ ਨਹੀਂ। ਇਹ ਮਿਥਿਆ ਚੀਜ਼ਾਂ ਦਾ ਮਾਣ ਕਿਉਂ ਕਰਦਾ ਹੈ? ਸੰਤ ਪ੍ਰਭੂ ਹੋਏ ਦਾਸਾ। ਹੰਕਾਰ ਛੱਡ ਕੇ ਸੰਤਾਂ ਦਾ, ਪ੍ਰਭੂ ਦਾ, ਪਰਮਾਤਮਾ ਦਾ ਦਾਸ ਬਣ ਜਾਣਾ ਕਰ। ਜੀਵਤ ਮਰੀਐ ਭੌਜਲ ਤਰੀਐ। ਜਦੋਂ ਜੀਵਤ ਪਾ ਹੰਕਾਰ ਨੂੰ ਮਰ ਜਾਈਏ ਨਾ, ਫਿਰ ਸੰਸਾਰ ਸਾਗਰ ਤੋਂ ਤਰ ਜਾਈਦਾ। ਕਿਉਂਕਿ ਜਦੋਂ ਮੁਰਦਾ ਹੁੰਦਾ ਨਾ, ਪਹਿਲਾਂ ਤੋਂ ਪਾਣੀ 'ਚ ਡੁੱਬਦਾ, ਫਿਰ ਲਾਸ਼ ਉੱਤੇ ਤਰਨ ਲੱਗ ਜਾਂਦੀ ਹੈ। ਇਸ ਵਾਸਤੇ ਜਦੋਂ ਜੀਵਤ ਭਾਅ ਤੋਂ ਮਰੀਏ, ਹੋਮੇ ਤਿਆਗੀਏ, ਫਿਰ ਇਹਦਾ ਤਰਨਾ ਹੁੰਦਾ ਹੈ। ਜੇ ਥੀਵੈ ਕਰਮ ਲਿਖ ਆਸਾ। ਜੇ ਇਹਦਾ ਕਰਮ ਐਸਾ ਲਿਖਿਆ ਹੋਵੇ, ਜਾਂ ਕਰਮ ਪਿਛਲੇ ਵੀ ਮਾੜੇ ਹੁਣ ਵੀ ਮਾੜੇ ਹੀ ਕਰਦਾ, ਫੇਰ ਸੁੱਖ ਕਿੱਥੋਂ ਭਾਲੇਗਾ? ਇਸ ਵਾਸਤੇ ਜਿਹੋ ਜਿਹੇ ਲੇਖ ਲਿਖਾਏ ਆ, ਫਿਰ ਉਹਨਾਂ ਦੇ ਮੁਤਾਬਕ ਇਹਦਾ ਸਾਰਾ ਹਿਸਾਬ ਕਿਤਾਬ ਚੱਲਦਾ ਹੈ। ਗੁਰ ਸੇਵੀਜੈ ਅੰਮ੍ਰਿਤ ਪੀਜੈ। ਗੁਰੂ ਦੀ ਸੇਵਾ ਕਰ। ਇਹ ਸੇਵਾ ਰੂਪੀ, ਉਪਦੇਸ਼ ਰੂਪੀ, ਨਾਮ ਰੂਪੀ ਅੰਮ੍ਰਿਤ ਨੂੰ ਪੀਣਾ ਕਰ। ਜਿਸ ਲਾਵਹਿ ਸਹਿਜ ਧਿਆਨੋ। ਜਿਹਦੇ ਨਾਲ ਤੇਰਾ ਸਹਿਜ ਸੁਤੇ ਸਿੱਧੇ ਧਿਆਨ ਮਹਾਰਾਜ ਦੇ ਚਰਨਾਂ ਨਾਲ ਲੱਗ ਜਾਏਗਾ। ਕਿਉਂਕਿ ਜਦੋਂ ਮਨ ਚੋਂ ਫੁਰਨੇ ਮਿਟ ਜਾਂਦੇ ਆ,
ਬੁਰਾ ਭਲਾ ਭਾਵ ਖਤਮ ਹੋ ਜਾਂਦਾ ਹੈ, ਫਿਰ ਧਿਆਨ ਲੱਗਦਾ ਹੈ। ਜੇ ਮਨ 'ਚ ਕਿਸੇ ਪ੍ਰਤੀ ਈਰਖਾ ਹੈ, ਘਿਰਣਾ ਹੈ, ਨਫ਼ਰਤ ਹੈ, ਔਰ ਕ੍ਰੋਧ ਔਰ ਪੰਜਾਂ ਵਿਕਾਰਾਂ ਦੀ ਬਿਰਤੀ ਹੈ, ਜਿੰਨਾ ਮਰਜ਼ੀ ਅੱਖਾਂ ਨੂਟ ਕੇ ਬਹਿ ਜਾਓ, ਧਿਆਨ ਨਹੀਂ ਲੱਗੇਗਾ। ਅਤੇ ਜਦੋਂ ਫਿਰ ਇਹ ਸਾਰੇ ਦੋਸ਼ ਦੂਰ ਹੁੰਦੇ ਆ, ਫਿਰ ਧਿਆਨ ਲੱਗਦਾ। ਧਿਆਨ ਲਾਉਣ ਵਾਸਤੇ ਸਾਰੀ ਬੁਰਾਈ ਸ਼ਬਦ ਦਾ ਅਭਿਆਸ ਕਰਦਿਆਂ ਛੱਡਣੀ ਪੈਂਦੀ ਹੈ। ਨਾਨਕ ਸਰਣ ਪਿਆ ਹਰਿ ਦੁਆਰੈ। ਹੁਣ ਮਾਰਾ ਘੁੰਮ ਘੁਮਾ ਕੇ ਬਥੇਰੀਆਂ ਠੋਕਰਾਂ ਖਾਧੀਆਂ, ਸ਼ਾਂਤੀ ਨਹੀਂ ਮਿਲੀ। ਸਾਰੇ ਦੁਨਿਆਵੀ ਰੰਗ ਢੰਗ ਦੇਖ ਲੈ। ਹੁਣ ਤੁਹਾਡੀ ਸ਼ਰਨ ਵਿੱਚ ਆਏ ਹਾਂ। ਤੁਹਾਡੀ ਸ਼ਰਨ ਵਿੱਚ ਪੈਣੇ ਨਾਲ ਹੀ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਹਉ ਬਲ ਬਲ ਸਤਿਗੁਰ ਬਾਨੋ। ਅਸੀਂ ਸਦਾ ਵਾਸਤੇ ਬਲਿਹਾਰ ਬਲਿਹਾਰ ਸਤਿਗੁਰਾਂ ਤੋਂ ਕੁਰਬਾਨ ਜਾਂਦੇ ਹਾਂ, ਜਿਨ੍ਹਾਂ ਨੇ ਕਿੰਨੇ ਪਰਉਪਕਾਰ ਕਰ ਕਰਕੇ ਪਿਤਾ ਪੁੱਤਰ ਬਾਰੇ, ਮਾਤਾ ਪ੍ਰਾਣਾਂ ਨੂੰ ਪਿਆਰੇ ਗੁਰਸਿੱਖ, ਕਿੰਨਿਆਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਪਰ ਤੂੰ ਕਿਰਤਗਣ ਬਣ ਗਿਆ, ਉਹਨਾਂ ਦੇ ਕਿਸੇ ਪਰਉਪਕਾਰ ਨੂੰ ਜਾਣਿਆ ਹੀ ਨਹੀਂ। ਇਸ ਵਾਸਤੇ ਹਜ਼ੂਰ ਪਾਤਸ਼ਾਹ ਕਹਿੰਦੇ ਉਹਨਾਂ ਦੇ ਆਸਰੇ ਹੋ, ਉਹਨਾਂ ਦੇ ਪਰਉਪਕਾਰਾਂ ਨੂੰ ਚੇਤੇ ਕਰ। ਆਪਣੀ ਬੁਰਾਈ ਛੱਡ ਕੇ ਸੇਵਾ ਸਿਮਰਨ ਦਾ ਰਸਤਾ ਫੜ, ਸਤਸੰਗ ਦਾ, ਫਿਰ ਤਾਂ ਤੈਨੂੰ ਸੁੱਖ ਦੀ ਪ੍ਰਾਪਤੀ ਹੋ ਜਾਏਗੀ, ਨਹੀਂ ਤਾਂ ਬੜਾ ਦੁੱਖ ਹੈ। ਸੁਣ ਬਾਵਰੇ ਮਤ ਜਾਣ ਹੈ, ਪ੍ਰਭ ਮੈਂ ਪਾਇਆ। ਬਾਵਰੇ ਸੁਣ ਲੈ, ਜੇ ਤੂੰ ਇਹ ਹੰਕਾਰ ਕਰੇ ਮੈਂ ਪ੍ਰਭੂ ਆਪਣੀ ਚਤਰਾਈ ਨਾ ਪਾ ਲਿਆ ਨਾ, ਚਤਰਾਈ ਨਾ ਨਹੀਂ ਮਿਲਦਾ। ਉਹ ਸ਼ਿਕਾਰੀ ਸੀ ਤੇ ਸ਼ਾਹਾ ਭੱਜ ਕੇ ਖੁੱਡ 'ਚ ਵੜ ਗਿਆ ਤੇ ਆਪਣੇ ਪਰਿਵਾਰ 'ਚ ਕਹਿੰਦਾ, ਦੇਖੀ ਮੇਰੀ ਚਲਾਕੀ। ਉਹ ਜਦੋਂ ਬੋਲਿਆ, ਫੜਕ ਤੀਰ ਆਇਆ, ਫੁੰਡਿਆ ਗਿਆ। ਤੇ ਥੋੜ੍ਹੀ ਜਿਹੀ ਚਲਾਕੀ ਕੀਤੀ ਤੇ ਫਿਰ ਉੱਥੇ ਤੀਰ ਆ ਵੱਜਾ। ਤੂੰ ਇਹ ਮਾਣ ਨਾ ਕਰ ਕਿ ਮੈਂ ਆਪਣੀ ਚਤਰਾਈ ਨਾਲ ਪਰਮਾਤਮਾ ਨੂੰ ਪਾ ਲਵਾਂਗਾ ਜਾਂ ਪਾ ਲਿਆ ਹੈ, ਇਹ ਤਾਂ ਉਹਦੀ ਕਿਰਪਾ ਨਾਲ ਹੀ ਹੈ। ਸੁਣ ਬਾਵਰੇ ਥਿਓ ਰੇਣ, ਜਿਨੀ ਪ੍ਰਭ ਧਿਆਇਆ। ਜਿਨੀ ਪ੍ਰਭੂ ਨੂੰ ਧਿਆਇਆ ਨਾ, ਉਹਨਾਂ ਸੰਤਾਂ ਭਗਤਾਂ ਦੇ ਚਰਨਾਂ ਦੀ ਰੇਣ ਧੂੜੀ ਬਣ ਕੇ ਰਹਿ। ਹੰਕਾਰ ਨਾ ਕਰ, ਜੋ ਹੰਕਾਰਿਆ ਸੋ ਮਾਰਿਆ। ਹੰਕਾਰ ਦਾ ਸਿਰ ਨੀਵਾਂ ਹੁੰਦਾ, ਤੇ ਜਿਹੜਾ ਅੱਗੇ ਨੀਵੇਂ ਹੋ ਕੇ ਚੱਲਦਾ ਉਹ ਕਿੱਥੇ ਡਿੱਗੇਗਾ? ਡਿੱਗਦਾ ਤਾਂ ਉਹੀ ਆ ਨਾ ਜਿਹੜਾ ਆਕੜਦਾ। ਇਸ ਵਾਸਤੇ ਕਹਿੰਦੇ ਤੂੰ ਹੇ ਬਾਬਰੇ, ਉਹਨਾਂ ਮਹਾਂਪੁਰਖਾਂ ਦੇ ਚਰਨਾਂ ਦੀ ਧੂੜੀ ਬਣ ਕੇ ਰਹਿ। ਧੂੜੀ ਵਿੱਚ ਲੁੜੰਦੜੀ ਸੋ ਹੈ ਨਾਨਕ ਤੈਸੈ ਨਾਲੇ। ਹੰਕਾਰ ਨਾ ਕਰ। ਜਿਨ ਪ੍ਰਭ ਧਿਆਇਆ ਤਿਨ ਸੁਖ ਪਾਇਆ। ਸਾਰੇ ਗ੍ਰੰਥ ਪੰਥ ਵਿਚਾਰ ਕੇ ਦੇਖ ਲੈ ਕਿ ਜਿਨ੍ਹਾਂ ਨੇ ਪ੍ਰਭੂ ਨੂੰ ਧਿਆਇਆ ਸੁਖ ਨਹੀਂ ਪਾਇਆ। ਜਿਹੜੇ ਵੀ ਪਰਮੇਸ਼ਰ ਦੀ ਭਗਤੀ ਤੋਂ ਅਮੋੜ ਹੋ ਕੇ ਚੱਲੇ, ਜਾਂ ਆਪਣੇ ਆਪ ਨੂੰ ਹੰਕਾਰ 'ਚ ਰੱਬ ਕਹਾਉਣ ਲੱਗ ਪਿਆ ਸੀ, ਕਿਸੇ ਪੁੰਨ ਪ੍ਰਤਾਪ ਨਾਲ ਉਹਨਾਂ ਨੂੰ ਵਡਿਆਈ ਸੋਭਾ ਤਾਂ ਮਿਲੀ, ਪਰ ਜਿਹਦੀ ਕਿਰਪਾ ਨਾਲ ਮਿਲੀ ਸੀ ਉਹਨੂੰ ਭੁੱਲ ਗਏ। ਉਹ ਹਰਨਾਕ ਸਰ ਗਏ, ਕੰਸ ਸਰ ਗਏ, ਰਾਵਣ ਹਰ ਗਏ, ਰੰਗੇ ਅਰਗੇ ਕਿੰਨੇ ਹੋਏ ਆ। ਉਹਨਾਂ ਦੀ ਕੀ ਦਸ਼ਾ ਹੋਈ ਹੈ ਤੁਹਾਡੇ ਸਾਹਮਣੇ ਹੀ ਆ। ਇਸ ਵਾਸਤੇ ਮਹਾਰਾਜ ਸਮਝਾਉਂਦੇ ਹਨ, ਵਡ ਭਾਗੀ ਦਰਸ਼ਨ ਪਾਈਐ। ਜਿਹੜੇ ਵੱਡਿਆਂ ਭਾਗਾਂ ਵਾਲੇ ਨਾ,
ਜਿਨ੍ਹਾਂ ਦੀ ਬੁੱਧੀ ਤੋਂ ਇਹ ਮਾਇਆ ਦਾ ਪਰਦਾ ਚੁੱਕਿਆ ਗਿਆ, ਉਹੀ ਉਹਦੇ ਦਰਸ਼ਨ ਨੂੰ ਪਾਉਂਦੇ ਆ। ਬੈਠਾ ਤਾਂ ਸਾਰਿਆਂ ਦੇ ਹਿਰਦੇ 'ਚ ਹੀ ਆ, ਕੋਈ ਦਵੈਸ਼ ਥੋੜ੍ਹੀ ਰੱਖਦਾ, ਪਰ ਉਹ ਬੁੱਧੀ ਦੇ ਪਰਦਾ ਐਸਾ ਪਿਆ ਆ, ਰੱਬ ਮਿਲਿਆ ਹੋਇਆ ਵੀ ਨਹੀਂ ਮਿਲਦਾ, ਦੀਦਾ ਨਹੀਂ। ਮਿਲਿਆ ਤੇ ਸਾਰਿਆਂ ਨੂੰ ਹੀ, ਕਿਹਨੂੰ ਨਹੀਂ ਮਿਲਿਆ, ਪਰ ਪਰਦਾ ਕਰਕੇ ਨਜ਼ਰ ਨਹੀਂ ਆਉਂਦਾ। ਵਿੱਚ ਪਰਦਾ ਦੂਰ ਪਈ ਆਸ। ਇਸ ਵਾਸਤੇ ਕਹਿੰਦੇ ਸਾਨੂੰ ਸਮੱਤ ਦੇ ਕੇ ਸਮਝਾਉਂਦੇ ਹਨ ਕਿ ਬਾਬਰੇ ਤੂੰ ਹੰਕਾਰ ਨਾ ਕਰ, ਨਿਮਾਣਾ ਹੋ ਕੇ ਚਲੇਗਾ ਬਰਕਤ ਮਿਲੇਗੀ। ਹਾਂਜੀ। ਤਿਓ ਨਿਮਾਣਾ ਸਤਿਗੁਰ ਬਾਣਾ। ਜੇ ਤੂੰ ਨਿਮਾਣਾ ਹੋ ਕੇ ਰਹੇਗਾ, ਸਦਾ ਹੀ ਉਹ ਤੋਂ ਕੁਰਬਾਨ ਬਲਿਹਾਰ ਜਾ ਕਿ ਜੋ ਵੀ ਬਰਕਤ ਮਿਲੀ ਹੈ ਤੇਰੀ ਕਿਰਪਾ ਨਾਲ ਹੀ ਹੈ, ਆਪਣੀ ਚਤਰਾਈ ਨਾਲ ਨਹੀਂ। ਚਤਰਾਈ ਨਾਲ ਨਹੀਂ ਕੁਝ ਮਿਲਦਾ, ਚਤਰਾਈ ਨਾਲ ਚਤੁਰਭੁਜ ਪਾਈ ਹੈ, ਉਹਦੀ ਬਖਸ਼ਿਸ਼ ਨਾਲ ਹੀ ਪ੍ਰਾਪਤੀ ਹੁੰਦੀ ਹੈ। ਸਗਲਾ ਆਪ ਮਿਟਾਈਐ। ਸਗਲਾ ਸਾਰਾ ਕੁਛ ਆਪਾ ਭਾਵ ਜਿਹੜਾ ਹੰਕਾਰ ਹੈ ਨਾ, ਇਹਨੂੰ ਮਿਟਾ ਦਈਏ। ਕੂੜਾ ਕਵਾੜਾ ਇਹਨੂੰ ਬਹੁਤ ਚੱਕਿਆ ਹੋਇਆ ਨਾ, ਦਿਨ ਰਾਤ ਕੂੜਾ ਇਕੱਠਾ ਕਰੀ ਜਾਂਦਾ, ਗੰਦ ਖਿਲਾਰ ਰਿਹਾ ਹੈ, ਸਫਾਈ ਵੱਲ ਧਿਆਨ ਨਹੀਂ। ਪਰ ਸਗਲਾ ਆਪਾ ਭਾਵ, ਹੰਗਤਾ ਵਾਲਾ ਭਾਵ, ਇਸ ਨੂੰ ਮਿਟਾ ਦੇਣਾ ਕਰੀਏ। ਉਹ ਤਨ ਭਾਗ ਸੁਦਾ ਜਿਨ ਪ੍ਰਭ ਲੱਦਾ। ਉਹਨਾਂ ਦੇ ਭਾਗ ਚੰਗੇ ਹੈ ਜਿਨ੍ਹਾਂ ਨੇ ਪ੍ਰਭੂ ਨੂੰ ਲੱਦਾ ਲੱਜ ਲਿਆ, ਇਸ ਖੋਜ ਵਿੱਚ ਲੱਗੇ। ਹੁਣ ਧਰਤੀ ਦੀ ਹਿੱਕ ਵਿੱਚ ਹੈਗਾ ਤਾਂ ਸਾਰਾ ਕੁਝ ਆ, ਤੇ ਦੁਨੀਆ ਕੰਗਾਲ ਬਹੁਤ ਆ, ਰੋਟੀ ਤੋਂ ਵੀ ਆਤਰ ਆ, ਕੱਪੜੇ ਤੋਂ ਵੀ ਬੜੇ ਦੁਖੀ ਹੈ। ਪਰ ਜਿਨ੍ਹਾਂ ਨੂੰ ਖੋਜ ਸੀ, ਉਹਨੇ ਧਰਤੀ ਦੀ ਹਿੱਕ 'ਚੋਂ ਸੋਨਾ ਵੀ ਲੱਜ ਲਿਆ, ਚਾਂਦੀ ਲੱਜ ਲਈ, ਸਮੁੰਦਰ 'ਚ ਮਰਜੀ ਬੜੇ ਬਣ ਕੇ ਚੁੱਭੀਆਂ ਲਾ ਕੇ ਹੀਰੇ ਪੰਨੇ ਵੀ ਲੈ ਲੈ, ਬੜੇ ਵਪਾਰੀ ਅਮੀਰ ਬਣ ਗਏ। ਇਸੇ ਤਰ੍ਹਾਂ ਹੈ ਤਾਂ ਸਾਰਾ ਕੁਛ ਹੀ ਇਹ ਸਰੀਰ ਰੂਪੀ ਧਰਤੀ ਦੇ ਅੰਦਰ ਵਿਸ਼ ਵੀ ਹੈ, ਜ਼ਹਿਰ ਅੰਮ੍ਰਿਤ ਵੀ ਹੈ, ਪਰ ਇਹ ਜ਼ਹਿਰ ਇਕੱਠੀ ਕਰ ਰਿਹਾ, ਅੰਮ੍ਰਿਤ ਨਹੀਂ। ਜਿਹੜੇ ਇਸ ਪਾਸੇ ਤੁਰੇ, ਖੋਜ ਕਰਦੇ ਗਏ, ਉਹਨੇ ਪਰਮਾਤਮਾ ਨੂੰ ਵੀ ਲੱਦਾ ਲੱਜ ਲਿਆ, ਭਾਲ ਲਿਆ, ਢੂੰਡ ਲਿਆ, ਪ੍ਰਾਪਤ ਕਰ ਲਿਆ ਹੈ। ਹੁਣ ਪੱਥਰ ਦੀ ਮੂਰਤੀ ਹੈ, ਜਦ ਭੰਨ ਤੋੜ ਕੇ ਦੇਖੋਗੇ ਫਿਰ ਤਾਂ ਰੱਬ ਲੱਜਣਾ ਨਹੀਂ। ਤੇ ਜੇ ਭਗਤੀ ਕਰੋਗੇ ਤੇ ਪ੍ਰੇਮੀਆਂ ਨੇ ਵੀ ਪ੍ਰਾਪਤ ਵੀ ਕਰ ਲਿਆ। ਭਗਤ ਨਾਮਦੇਵ ਧੰਨੇ ਆਦ ਦੂਧ ਪਿਆਏ ਭਗਤ ਕਰਿ ਆਇਆ, ਨਾਮੇ ਹਰਿ ਕਾ ਦਰਸ਼ਨ ਪਾਇਆ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ। ਜੇ ਤਾਂ ਵਿਚਾਰ ਕੇ ਉਸ ਵਿਚਾਰ ਮੁਤਾਬਕ ਚੱਲਾਂਗੇ ਫਿਰ ਤਾਂ ਮਿਲ ਜਾਊ। ਜੇ ਕਹੀਏ ਇਹਦੇ ਅੰਗਾਂ ਨੂੰ ਪਾੜ ਕੇ ਤਰੋੜ ਮਰੋੜ ਕੇ ਵਿੱਚੋਂ ਲੱਜ ਲਈਏ, ਇਉਂ ਤਾਂ ਨਹੀਂ ਨਾ ਲੱਜੇਗਾ। ਫਿਰ ਤਾਂ ਸੇਵਾ ਸਤਿਕਾਰ ਤੇ ਜੋ ਸ਼ਬਦ ਆ ਉਹਦੀ ਵਿਚਾਰ ਗ੍ਰਹਿਣ ਕਰਕੇ ਤਾਂ ਮਿਲ ਜਾਏਗਾ, ਉਵੇਂ ਨਹੀਂ ਮਿਲੇਗਾ। ਤੇ ਜਿਹੜੇ ਖੋਜ ਵਿੱਚ ਪਏ, ਹੰਕਾਰ ਤੋਂ ਰਹਿਤ ਹੋ ਕੇ ਉਹਨੇ ਉਹਨੂੰ ਲੱਭ ਲਿਆ, ਢੂੰਡ ਲਿਆ ਹੈ। ਹਮ ਤਿਸ ਪਹਿ ਆਪ ਵਿੱਚ ਆਇਆ। ਅਸੀਂ ਆਪਣਾ ਆਪ ਉਹਨਾਂ ਨੂੰ ਵੇਚ ਦਿੱਤਾ ਵੀ ਧੰਨਿਆ ਤੁਸੀਂ, ਤੁਹਾਡੀ ਜੀਵਨ ਯਾਤਰਾ ਸਫਲ ਹੋ ਗਈ, ਤੁਹਾਡਾ ਆਇਆ ਹੋਇਆ ਸਫਲ ਹੋ ਗਿਆ। ਆਪ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਉਹਨਾਂ ਲਈ ਤੇ ਬੜਾ ਸ਼ਬਦ ਧੰਨ 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 ਜਨ ਆਇਆ, 3 ਵਾਰੀ ਕਿਹਾ।
ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਾਨ ਆਵਨ ਕਾਇ ਹੈ ਸੁਆਓ, ਜਨ ਕੈ ਸੰਗ ਚਿਤ ਆਵੈ ਨਾਓ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਸਦਾ ਹੀ ਉਹਨਾਂ ਨੂੰ ਨਮਸਕਾਰ ਕਰਦੇ, ਸਰਟੀਫਿਕੇਟ ਦੇ ਗਏ। ਅਤੇ ਜੇ ਕਿਸੇ ਮਹਾਂਪੁਰਖ ਨੂੰ ਮੱਥਾ ਟੇਕਦੇ, ਕਈ ਤਾਂ ਬਹੁਤ ਸੜਦੇ ਆ, ਅਤੇ ਬਾਣੀ ਕਹਿੰਦੀ ਆ ਉਹਨਾਂ ਨੂੰ ਸਦਾ ਹੀ ਨਮਸਕਾਰ ਆ। ਸਦਾ ਵਾਸਤੇ ਸਰਟੀਫਿਕੇਟ ਦੇਗਾ ਨਮਸਕਾਰ ਦਾ, ਕਮਾਈ ਵਾਲੇ ਜਿਹੜੇ। ਸੋ ਇਸ ਵਾਸਤੇ ਮਹਾਰਾਜ ਕਿਰਪਾ ਕਰਦੇ ਹਨ। ਨਾਨਕ ਦੀਨ ਸਰਨ ਸੁਖ ਸਾਗਰ। ਅਸੀਂ ਦੀਨ ਬਣ ਕੇ ਆਈਏ ਨਾ, ਨਮਾਣੇ ਬਣ ਕੇ, ਫਿਰ ਤਾਂ ਸੁੱਖਾਂ ਦਾ ਸਾਗਰ ਹਮਾਜੂ ਆਇਆ ਸੀ ਨਾ, ਸ਼ੇਰਸ਼ਾਹ ਸ਼ੂਰੀ ਨੇ ਭਜਾ ਦਿੱਤਾ। ਫਿਰ ਬੈਰਮਖਾਂ ਵਜ਼ੀਰ ਨੂੰ ਕਹਿੰਦਾ ਹੁਣ ਕਿਵੇਂ ਹੋਵੇ? ਕਹਿੰਦੇ ਤੁਹਾਡੇ ਵੱਡਿਆਂ ਨੇ ਗੁਰੂ ਨਾਨਕ ਸਾਹਿਬ ਤੋਂ ਬਖਸ਼ੀਸ਼ ਲਈ ਸੀ, ਉਹਨਾਂ ਦੀ ਗੱਦੀ 'ਤੇ ਹੁਣ ਖਡੂਰ ਸਾਹਿਬ ਧੰਨ ਸ਼੍ਰੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਹਨ। ਉਹਨਾਂ ਨੂੰ ਬੇਨਤੀ ਕਰ, ਤੇਰੀ ਟੁੱਟੀ ਲੜੀ ਸ਼ਾਇਦ ਗੰਢੀ ਜਾਏ। ਉੱਥੇ ਆ ਗਿਆ ਮਹਾਰਾਜ, ਧਿਆਨ ਇਸ ਸੀ ਆਪਣੇ ਆਨੰਦ ਸਰੂਪ 'ਚ ਖੜਾ ਰਿਹਾ, ਅਤੇ ਮਨ 'ਚ ਆਇਆ ਰੱਸੀ ਸੜ ਜਾਂਦੀ, ਬਾਟਾ ਨਹੀਂ ਨਾ ਜਾਂਦਾ ਕਿ ਮੈਂ ਰਾਜਾ। ਹਾਂਜੀ, ਇਹਨਾਂ ਨੇ ਮੇਰਾ ਉੱਠ ਕੇ ਸਵਾਗਤ ਨਹੀਂ ਕੀਤਾ, ਸਤਿਕਾਰ ਨਹੀਂ ਕੀਤਾ। ਤਲਵਾਰ ਕੱਢ ਕੇ ਮਹਾਰਾਜ 'ਤੇ ਵਾਰ ਕਰਨ ਲੱਗਾ। ਪਾਤਸ਼ਾਹ ਜੀ ਨੇ ਨੇਤਰ ਕਮਲ ਖੋਲ੍ਹੇ, ਕਹਿੰਦੇ ਜਿੱਥੇ ਦਾ ਤਲਵਾਰ ਦੀ ਬਹਾਦਰੀ ਦਿਖਾਉਣੀ ਸੀ ਨਾ ਸ਼ੇਰਸ਼ਾਹ ਸ਼ੂਰੀ ਦੀ, ਉੱਥੇ ਦਾ ਮੂਜੀ ਕਾਇਰ ਬਣ ਕੇ ਭੱਜਿਆ। ਹੁਣ ਫਕੀਰਾਂ ਸਾਧੂਆਂ ਅਤੇ ਮਹਾਂਪੁਰਖਾਂ ਦੀ ਤਲਵਾਰਾਂ ਚੱਕਦਾ, ਉਹ ਬਾਂਹ ਉੱਥੇ ਹੀ ਆਕੜ ਗਈ। ਫਿਰ ਮਾਫੀ ਮੰਗੀ, ਕਹਿੰਦੇ ਜਾ ਹੁਣ 8 ਸਾਲ ਭਟਕਦਾ ਰਹੇਗਾ, ਹੁਣ ਤੂੰ ਮਾਫੀ ਮੰਗ ਲਈ ਹੈ, ਫਿਰ ਜਾ ਕੇ ਪਤਾ ਲੱਗੇਗਾ। ਇਸ ਤਰ੍ਹਾਂ ਹੈ ਭਾਈ, ਕਈ ਵਾਰੀ ਇਨਸਾਨ ਦੀ ਕਿਰਿਆ ਚਾਹੁੰਦਾ ਵੀ ਆ ਅਤੇ ਹੰਕਾਰ ਵੀ ਕਰਦਾ, ਅਤੇ ਹੰਕਾਰ ਦੇ ਨਾਲ ਕੋਈ ਮਿਲਦਾ ਨਹੀਂ। ਹਰ ਜੀ ਹੰਕਾਰ ਨਾ ਭਾਵੀ ਬੇਦਕੂਕ ਸੁਣਾਵੇ। ਇਸ ਕਰਕੇ ਮਹਾਰਾਜ ਸ਼ਬਦ ਦੁਆਰਾ ਸੋਝੀ ਦਿੰਦੇ ਹਨ। ਰਾਖ ਲਾਜ ਅਪਨਾਇਆ। ਪਰ ਜਿਹੜਾ ਹਉਮੈ ਛੱਡ ਕੇ ਆ ਜਾਂਦਾ, ਉਤੇ ਸੰਕਟ ਆਵੇ ਉਹਦੀ ਲਾਜ ਵੀ ਰੱਖਦੇ ਆ। ਅਪਣਾਇਆ, ਉਹਨੂੰ ਆਪਣਾ ਵੀ ਬਣਾ ਲੈਂਦੇ ਆ। ਭਗਤ ਜੈਦੇਵ ਜੀ ਸੀਗੇ ਨਾ, ਉਹਨਾਂ ਦੇ ਘਰੋਂ ਮਾਤਾ ਜੀ, ਉਹਨਾਂ ਦਾ ਉਹ ਭਰਾ ਗੁਜ਼ਰ ਗਿਆ ਅਤੇ ਉਹ ਭਰਜਾਈ ਨਾਲ ਸਤੀ ਹੋ ਗਈ। ਹੁਣ ਬੜੀ ਵਡਿਆਈ ਕੀਤੀ। ਰਾਜੇ ਦੀ ਰਾਣੀ ਨੇ ਕਿ ਮੇਰਾ ਭਰਾ ਮਰ ਗਿਆ, ਇਹ ਭਰਜਾਈ ਸਤੀ ਹੋ ਗਈ। ਉਹ ਭਗਤ ਜੀ ਦੇ ਘਰੋਂ ਕਹਿੰਦੇ ਵੀ ਸਤੀ ਤਾਂ ਅਸਲੀ ਉਹ ਹੁੰਦੀ ਹੈ ਜਿਹੜੀ ਸੁਣ ਕੇ ਹੀ ਭਰਾ ਨੂੰ ਤਿਆਗ ਦੇਵੇ। ਹੁਣ ਰਾਣੀ ਨੇ ਬੜੀ ਕਿਰੜ ਜਿਹੀ ਮੰਨੀ। ਉਹ ਰਾਜਾ ਜਿਹੜੇ ਸ਼ਿਕਾਰ ਗਿਆ ਅਤੇ ਗੋਂਦ ਗੁੰਦੀ, ਭਗਤ ਜੈਦੇਵ ਦੇ ਜਿਹੜੇ ਕੱਪੜੇ ਨਾ ਉਹ ਖੂਨ ਨਾਲ ਰੰਗ ਕੇ ਲਿਆਉਣੇ ਕਿ ਭਗਤ ਜੀ ਰਾਜੇ ਦੇ ਨਾਲ ਚਲ ਗਏ ਸੀ ਸ਼ਿਕਾਰ ਨੂੰ, ਸ਼ੇਰ ਨੇ ਖਾ ਲਿਆ, ਆ ਉਹਨਾਂ ਦੇ ਕੱਪੜੇ ਰੰਗੇ ਹੋਏ ਆ। ਉਹ ਭਗਤ ਜੀ ਦੇ ਘਰੋਂ ਮਾਤਾ ਨੂੰ ਦਿਖਾਇਆ, ਉਹ ਉਦੋਂ ਹੀ ਪ੍ਰਾਣ ਤਿਆਗ ਗਏ। ਹੁਣ ਰਾਜਾ ਵੀ ਪਛਤਾਉਂਦੇ ਆ ਉਹ ਕਿ ਭਗਤ ਜੀ ਦਾ ਜੀਂਦੇ ਆ। ਜਿਹੜੇ ਅੱਗੇ ਗਈ ਉਹ ਕਹਿੰਦੇ ਤੇਰੇ ਪਤੀ ਦੇਵ ਤਾਂ ਧਰਤੀ 'ਤੇ ਜੀਂਦੇ ਮੂਰਤੀਮਾਨ ਆ, ਹੁਣ ਆਵੇ ਕਿਵੇਂ? ਹੁਣ ਬਹੁਤ ਬੇਨਤੀਆਂ ਕੀਤੀਆਂ। ਖੈਰ ਫਿਰ ਉਹ ਜੀਂਦੀ ਹੋਈ। ਭਗਤ ਜੀ ਕਹਿੰਦੇ ਹੁਣ ਸਾਨੂੰ ਛੁੱਟੀ ਦੇ ਦੇ, ਤੇਰੇ ਰਾਜ 'ਚ ਨਹੀਂ ਰਹਿਣਾ। ਚਲੇ ਗਏ, ਉਹ ਯਾਤਰਾ ਨੂੰ ਚਲੇ ਗਿਆ ਅਤੇ ਰਾਜ ਕਿਤੇ ਚੋਰ ਮਿਲ ਗਏ।
ਕਹਿੰਦੇ ਕਿੱਥੇ ਜਗਨਨਾਥ ਜਾਣਾ, ਕਹਿੰਦੇ ਅਸੀਂ ਵੀ ਨਾਲ ਹੋ ਗਏ ਯਾਤਰੂ ਬਣ ਕੇ। ਉਹ ਭਗਤ ਜੀ ਦੇ ਕੀਮਤੀ ਵਸਤਰ ਤੇ ਗਹਿਣੇ ਗੁਣੇ ਉਤਾਰ ਲੈ ਤੇ ਉਹਨਾਂ ਦੇ ਗੁੱਟ ਵੱਢ ਕੇ ਨਾ ਖੂਹ 'ਚ ਸੁੱਟ ਗਏ। ਉਹ ਕਿਤੇ ਰਾਹੀ ਪਾਉਂਦੀ ਆਏ ਪਾਣੀ ਲਈ, ਭਗਤ ਜੀ ਵਿੱਚ ਸਗੇ ਕੱਢਿਆ ਤੇ ਰਾਜੀ ਕੁਰਾਏ ਕੀਤੇ। ਉਹ ਯਾਤਰਾ ਨੂੰ ਚਲੇ ਗਏ। ਅੱਗੇ ਵਿਦਵਾਨ ਸਗੇ, ਫਿਰ ਕਿਸੇ ਰਾਜੇ ਨਾਲ ਭੇਂਟ ਹੋ ਗਈ। ਸਾਧੂ ਰੂਪ ਬੜਾ ਸਤਿਕਾਰ ਪਿਆਰ ਕਰਦੇ ਰਹੇ ਤੇ ਉੱਥੇ ਉਹ ਸਾਧੂਆਂ ਦਾ ਸਤਿਕਾਰ ਬਹੁਤ ਕਰਾਉਂਦੇ ਸੀ। ਚੋਰਾਂ ਨੇ ਦੇਖਿਆ ਵੀ ਫਲਾਣੇ ਦੇਸ਼ ਦਾ ਰਾਜਾ ਸਾਧੂਆਂ ਦਾ ਬੜਾ ਸਤਿਕਾਰ ਕਰਾਉਂਦਾ ਹੈ। ਉਹ ਭੇਸ ਧਾਰ ਕੇ ਸਾਧੂਆਂ ਦਾ ਚਲੇ ਗਏ। ਜੈਦੇਵ ਜੀ ਨੇ ਵੀ ਪਛਾਣ ਲਿਆ, ਪਛਾਣ ਉਹਨੇ ਵੀ ਲਿਆ। ਉਹਨੇ ਰਾਜੇ ਨੂੰ ਕਿਹਾ ਵੀ ਇਹ ਬੜੇ ਮਹਾਂਪੁਰਖ ਪਹੁੰਚੇ ਹੋਏ ਆ, ਇਹਨਾਂ ਨੂੰ ਜਾਣ ਨਹੀਂ ਦੇਣਾ, ਪੂਰੀ ਸੇਵਾ ਕਰਨੀ। ਹੁਣ ਜਾਣ ਕਿਵੇਂ, ਬੜੀ ਸੇਵਾ ਹੋਏ। ਅਖੀਰ ਮਹਾਰਾਜ ਅਸੀਂ ਚੱਕਰਵਰਤੀ ਹਾਂ, ਯਾਤਰਾ ਕਰਨੀ ਹੈ, ਫਲਾਣੇ ਤੀਰਥ 'ਤੇ ਜਾਣਾ, ਛੁੱਟੀ ਦਿਓ। ਫਿਰ ਭਗਤ ਜੀ ਨੇ ਉਹਨਾਂ ਨੂੰ ਬੜਾ ਮਾਲ ਮੱਤਾ ਦਵਾਇਆ, ਬਹੁਤ ਸੇਵਾ, ਕਚਰਾਂ ਭਰ ਕੇ ਧਾਂਦੀਆਂ ਵੀ ਮਾਇਆ ਵਾਸਤੇ ਨਾ। ਉਹ ਫਿਰ ਜਿਹਦੇ ਵਿਦਾ ਕਰਨ ਵਾਸਤੇ ਰਾਜੇ ਦੇ ਸੇਵਾਦਾਰ ਆਏ। ਉਹ ਪੁੱਛਦੇ ਮਹਾਰਾਜ ਵੀ ਸਾਧੂ ਤਾਂ ਹੋਰ ਵੀ ਬਹੁਤ ਆਏ, ਵੀ ਇੰਨਾ ਸਤਿਕਾਰ ਕਿਸੇ ਦਾ ਨਹੀਂ ਕੀਤਾ ਕਰਾਇਆ ਗਿਆ। ਅੱਛਾ, ਜਿਹੜਾ ਕਿਰਤਕਣ ਬੰਦਾ ਨਾ ਪਰਉਪਕਾਰ ਨਹੀਂ ਜਾਣਦਾ। ਉਹ ਕਹਿੰਦਾ ਜੀ ਇਹ ਬੜਾ ਕੁਕਰਮੀ ਬੰਦਾ ਸੀ, ਰਾਜਾ ਸਾਡਾ ਸੇਵਕ ਸੀ ਤੇ ਇਹਨੂੰ ਫਾਂਸੀ ਉਹਨੇ ਲਟਕਾਉਣਾ ਸੀ। ਅਸੀਂ ਇਹਦਾ ਪਾਪ ਬਖਸ਼ਾਇਆ ਤਾਂ ਸਾਡਾ ਸਤਿਕਾਰ ਕਰਦਾ ਸੀ। ਜਿੱਲੇ ਉਹ ਕਿਰਤਕਣਾਂ ਨੇ ਇੰਨਾ ਝੂਠ ਬੋਲਿਆ ਨਾ, ਧਰਤੀ ਫਟ ਗਈ, ਵਿੱਚੇ ਗਰਕ ਗਏ। ਹੁਣ ਖੱਚਰਾਂ ਧਾਂਦੀਆਂ ਕਿਉਂ ਲਿਆਉਣੀਆਂ ਸੀ, ਵਾਪਸ ਲੈ। ਰਾਜਾ ਕਹਿੰਦਾ ਵੀ ਇਹ ਤੁਸੀਂ ਲਿਆਏ। ਉਹ ਕਹਿੰਦੇ ਜੀ ਆਹ ਗੱਲ ਹੋਈ। ਭਗਤ ਜੀ ਮਹਾਰਾਜ ਨੂੰ ਪੁੱਛਿਆ ਵੀ ਮਹਾਰਾਜ, ਉਹ ਕਹਿੰਦੇ ਮਹਾਰਾਜ ਹੁਣ ਤੁਸੀਂ ਟੱਕੀ ਰਹਿਣ ਦਿਓ। ਕਹਿੰਦੇ ਨਹੀਂ। ਉਹਨੇ ਫਿਰ ਹਕੀਕਤ ਸਾਰੀ ਦੱਸੀ ਕਿ ਆਹ ਗੱਲ ਹੋਈ ਸੀ। ਉਹ ਕਹਿੰਦੇ ਵੀ ਤੂੰ ਧੰਨਿਆ ਭਗਤ ਜੈਦੇਵ। ਇਸ ਤਰ੍ਹਾਂ ਜਿਹੜੇ ਮਹਾਂਪੁਰਖ ਆ ਉਹਨਾਂ ਦੀ ਦੇਖੋ ਅਵਸਥਾ ਕੈਸੀ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਦਾ ਸ਼ਬਦ ਵੀ ਅੰਕਿਤ ਹੈ ਔਰ ਬੜਾ ਕਠਿਨ ਵੀ ਹੈ, ਅਰਥ ਵੀ ਬੜੇ ਮਹਿੰਗੇ ਆ ਉਹਦੇ। ਇਸ ਕਰਕੇ ਜਿਹੜੇ ਮਹਾਂਪੁਰਖ ਆ ਉਹਨਾਂ ਦੀ ਪਾਈ ਐਸੀ ਅਵਸਥਾ, ਉਹ ਪਰਮੇਸ਼ਰ ਵੀ ਉਹਨਾਂ ਦੀ ਲੱਜਾ ਵੀ ਰੱਖਦਾ ਹੈ। ਸੋ ਗੁਰੂ ਮਹਾਰਾਜ ਕਿਰਪਾ ਕਰਨ, ਇਹ ਪਰਮ ਪਵਿੱਤਰ ਉਪਦੇਸ਼ ਸਾਡੇ ਹਿਰਦਿਆਂ 'ਚ ਨਿਵਾਸ ਕਰਨ। ਆਈ ਸੰਗਤ ਨੂੰ ਜੀ ਆਇਆਂ, ਸਭ ਦਾ ਧੰਨਵਾਦ। ਮਹਾਰਾਜ ਮਿਹਰ ਕਰਕੇ ਨਾਮਦਾਨ ਸਿੱਖੀ ਦਾਨ ਭਰੋਸਾ ਤੰਦਰੁਸਤੀ ਬਖਸ਼ਿਸ਼ ਕਰਨ। ਪ੍ਰਬੰਧਕਾਂ ਦਾ, ਸੰਗਤਾਂ ਦਾ, ਸਮੂਹ ਸੇਵਾਦਾਰਾਂ ਦਾ ਧੰਨਵਾਦ। ਖਾਲਸਾ ਪੰਥ ਵਿੱਚ ਏਕਤਾ, ਇਤਫਾਕ, ਪਿਆਰ, ਚੜ੍ਹਦੀ ਕਲਾ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ